ਸਿੱਖ ਚੈਨਲ ਆਪ ਜੀ ਦਾ ਦਾਸ ਗੁਰਵਿੰਦਰ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹੈ। ਇਹ ਹਮਾਰਾ ਜੀਵਣਾ ਵੱਖ-ਵੱਖ ਵਿਸ਼ਿਆਂ ਦੇ ਆਧਾਰਿਤ ਇਹ ਪ੍ਰੋਗਰਾਮ ਆਪ ਜੀ ਦੀ ਸੇਵਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਸਤਿਗੁਰ ਰਹਿਮਤ ਕਰੇ ਜੀ, ਆਪ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਵਿਚਾਰ ਆਪ ਕਰਵਾ ਲੈਣ। ਇਹੀ ਗੁਰਮਤ ਦਾ ਜੋ ਮਾਰਗ ਹੈ ਉਹਨੂੰ ਅਸੀਂ ਆਪ ਸਮਝ ਸਕੀਏ। ਆਪ ਜੀ ਦੇ ਸਨਮੁਖ ਪ੍ਰੋਗਰਾਮ ਹਾਜ਼ਰ ਹੈ। ਮੇਰੇ ਨਾਲ ਅੱਜ ਸਟੂਡੀਓ ਵਿਖੇ ਜੋ ਮਹਿਮਾਨ ਹਾਜ਼ਰ ਨੇ ਉਹਨਾਂ ਨਾਲ ਆਪ ਜੀ ਦੀ ਜਾਣ ਪਛਾਣ ਮੈਂ ਕਰਵਾ ਦੇਵਾਂ। ਬਿਲਕੁਲ ਮੇਰੇ ਨਾਲ ਡਾਕਟਰ ਜਸਪਾਲ ਸਿੰਘ ਜੀ, ਜਸਪਾਲ ਵੀਰ ਸਿੰਘ ਜੀ ਜਲੰਧਰ ਤੋਂ, ਉਹਨਾਂ ਦੇ ਨਾਲ ਸਰਦਾਰ ਸਤਨਾਮ ਸਿੰਘ ਜੀ ਸੱਲੋਪੁਰੀ ਲੁਧਿਆਣਾ ਤੋਂ, ਔਰ ਉਹਨਾਂ ਦੇ ਨਾਲ ਸਰਦਾਰ ਦਿਲਬਾਗ ਸਿੰਘ ਜੀ ਉਹ ਵੀ ਜਲੰਧਰ ਤੋਂ ਹਾਜ਼ਰ ਨੇ। ਆਪ ਜੀ ਦਾ ਸਵਾਗਤ ਹੈ ਜੀ, ਜੀ ਆਇਆਂ ਨੂੰ। ਆਪ ਜੀ ਨੂੰ ਔਰ ਗੁਰੂ ਕੀ ਸੰਗਤ ਨੂੰ ਗੁਰਫਤਿਹ ਪ੍ਰਵਾਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਜੀ। ਮੈਂ ਬੇਨਤੀ ਕਰਾਂਗਾ ਕਿ ਠੀਕ ਹੈ, ਪ੍ਰੋਗਰਾਮ ਬਹੁਤ ਕੀਤੇ ਜਾ ਰਹੇ ਨੇ, ਸੋਸ਼ਲ ਮੀਡੀਆ ਤੇ ਵੀ ਪ੍ਰੋਗਰਾਮ ਹੋ ਰਹੇ ਨੇ, ਪਰ ਅੱਜ ਆਪਾਂ ਇੱਕ ਗੱਲ ਕਰਨੀ ਹੈ ਜੀ। ਗੁਰੂ ਨਾਨਕ ਸਾਹਿਬ ਜੀ ਦੇ ਇਹ ਨਿਰਮਲ ਪੰਥ ਜਿਸ ਦਾ ਸਤਿਗੁਰਾਂ ਨੇ ਇੱਕ ਇਨਕਲਾਬ ਦੇ ਤੌਰ ਤੇ ਸੰਸਾਰ ਨੂੰ ਇੱਕ ਵੱਖਰਾ ਧਰਮ ਦਿੱਤਾ ਹੈ, ਉਹਦੇ ਗਾਡੀ ਰਾਹ ਅਸੀਂ ਕਿਵੇਂ ਬਣਨਾ ਜਾਂ ਕਿਉਂ ਨਹੀਂ ਬਣ ਸਕੇ, ਅਸਲ ਉਹਦੇ ਕਾਰਨ ਕੀ ਨੇ, ਉਹਦੇ ਹੱਲ ਵੱਲ ਅਸੀਂ ਜਾਣਾ, ਪੋਜ਼ਿਟਿਵ ਅਸੀਂ ਗੱਲ ਕਰਨੀ ਹੈ। ਸਤਿਗੁਰ ਰਹਿਮਤ ਕਰੇ। ਡਾਕਟਰ ਜਸਪਾਲ ਵੀਰ ਸਿੰਘ ਜੀ, ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਾਂਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਜਿਸ ਵੇਲੇ ਇਹ ਭਾਰਤ ਵਿੱਚ ਪਹਿਲੀ ਵਾਰੀ ਵਾਪਰਿਆ ਹੋਇਆ ਹੈ ਕਿ ਕਿਸੇ ਦੇਸ਼ ਦੇ ਅੰਦਰ ਹੀ ਆਪਣਾ ਰਾਜ ਸਥਾਪਿਤ ਕਰਨਾ, ਹੁਕੂਮਤ ਕਿਸੇ ਦੀ ਹੋਵੇ, ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਗੁਰੂ ਦੀ ਅਗਵਾਈ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਸਥਾਪਿਤ ਕੀਤਾ। ਔਰ ਉਹਨਾਂ ਨੇ ਬੜੇ ਪਰਉਪਕਾਰੀ ਕਾਰਜ ਕੀਤੇ ਨੇ। ਜਿੱਥੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ, ਉੱਥੇ ਜਗੀਰਦਾਰੀ ਸਿਸਟਮ, ਆਮ ਮਨੁੱਖਤਾ ਦਾ ਭਲਾ ਜਿਹੜਾ ਹੈ ਉਹ ਵੀ ਉਹਨਾਂ ਦੇ ਹਿੱਸੇ ਵਿੱਚ ਆਇਆ ਜੀਵਨ ਕਾਲ ਦੇ ਅੰਦਰ। ਆਪਾਂ ਜਿਹੜੀ ਗੱਲ ਕਰਨੀ ਹੈ ਵੀ ਉਸ ਤੋਂ ਬਾਅਦ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਉਹ ਕੌਮ ਦੇ ਨਾਲ ਇਹ ਦੁਖਾਂਤ ਵਾਪਰਦਾ, ਪਰ ਇਸ ਦੁਖਾਂਤ ਤੋਂ ਬਾਅਦ ਕੌਮ ਫਿਰ ਸੰਭਲ ਕੇ ਆਪਣੇ ਮਿਸ਼ਨ ਵੱਲ ਵਧੀ ਹੈ। ਆਪਾਂ ਇਤਿਹਾਸ ਸਾਡਾ ਗਵਾਹ ਹੈ, ਪਰ ਕੀ ਕਾਰਨ ਹੈ ਕਿ 84 ਤੋਂ ਬਾਅਦ ਇਹ ਜਿਹੜਾ ਭਾਣਾ ਵਾਪਰਿਆ, ਇਹ ਕੌਮ ਜਿਹੜੀ ਉਹਦਾ ਨਿਘਾਰ ਵਿੱਚ ਆ ਜਾਣਾ, ਇਹਦਾ ਕਾਰਨ ਤੁਸੀਂ ਕੀ ਸਮਝਦੇ ਹੋ? ਇਹ ਮੈਂ ਸਵਾਲ ਜਿਹੜਾ ਹੈ ਤਿੰਨਾਂ ਵੀਰਾਂ ਦੇ ਕੋਲੋਂ ਪੁੱਛਾਂਗਾ ਔਰ ਫਿਰ ਅੱਗੇ ਚੱਲਾਂਗੇ ਜੀ। ਵੀਰ ਗੁਰਵਿੰਦਰ ਸਿੰਘ ਜੀ, ਜਿਵੇਂ ਤੁਸੀਂ ਕਿਹਾ ਕਿ 84 ਤੋਂ ਬਾਅਦ ਜਿਹੜਾ ਸਾਡਾ ਕੌਮੀ ਪੱਧਰ ਆ ਇਹ ਬੜੀ ਗਿਰਾਵਟ ਵਿੱਚ ਚਲਾ ਗਿਆ। ਆਪਾਂ ਜਦੋਂ ਆਪਣੇ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਐਸਾ ਇਨਕਲਾਬ ਲਿਆਉਂਦਾ ਮਨੁੱਖਤਾ ਦੇ ਅੰਦਰ, ਮਨੁੱਖੀ ਸਮਾਜ ਦੇ, ਜਿਹੜਾ ਸਮਾਜ ਬਹੁਪੱਖੀ ਗਿਰਾਵਟ ਦਾ ਸ਼ਿਕਾਰ ਸੀ, ਤੇ ਉਸ ਬਹੁਪੱਖੀ ਗਿਰਾਵਟ ਦੇ ਸ਼ਿਕਾਰ ਸਮਾਜ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਜਿਹੜੀ ਇੱਕ ਰੂਹ ਫੂਕੀ ਸੀ, ਜਿਹੜੀ ਇੱਕ ਵਿਚਾਰਧਾਰਾ ਸਥਾਪਿਤ ਕੀਤੀ ਸੀ, ਉਹ ਗਿਆਨ ਆਧਾਰਿਤ ਸੀ, ਉਹ ਵਿਚਾਰ ਆਧਾਰਿਤ ਸੀ, ਉਹ ਵਿਵੇਕ ਬੁੱਧ ਦੇ ਆਧਾਰਿਤ ਸੀ, ਉਹ ਰੱਬੀ ਭਾਉ ਤੇ ਭਾਉ ਵਾਲਾ ਨੈਤਿਕ ਪੱਧਰ ਦਾ ਜੀਵਨ ਸੀ, ਜਿਹਦੇ ਅੰਦਰ ਸਮਾਜਿਕ ਤੌਰ ਦੇ ਉੱਤੇ, ਇਖਲਾਕੀ ਤੌਰ ਦੇ ਉੱਤੇ ਔਰ ਆਤਮਿਕ ਤੌਰ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਇੱਕ ਸੁਚੱਜੀ ਅਗਵਾਈ ਦਿੱਤੀ। ਸ਼ਬਦ ਦੇ ਆਧਾਰ ਦੇ ਉੱਤੇ ਸਾਡਾ ਜੀਵਨ ਜਿਹੜਾ ਮਹਾਰਾਜ ਨੇ ਕਾਇਮ ਕੀਤਾ। ਸਾਡੀ ਜਿਹੜੀ ਜੀਵਨ ਜਾਚ ਸੀ ਉਹਦਾ ਆਧਾਰ, ਜਿਵੇਂ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਜੋ ਮੰਦਰ ਕੋ ਥੰਮ ਹੈ ਮਨ, ਜੋ ਗੁਰ ਕਾ ਸ਼ਬਦ ਮਨ ਸੰਮਨ। ਜੇ ਕਿਸੇ ਇਮਾਰਤ ਦੇ ਜਿਹੜਾ ਪਿੱਲਰ ਹੈ, ਜੇ ਥੰਮ ਹੈ ਉਹ ਕੱਢ ਦਿੱਤਾ ਜਾਏ ਤੇ ਉਹਦਾ ਢਹਿ ਢੇਰੀ ਹੋਣਾ ਇੱਕ ਕੁਦਰਤੀ ਹੈ, ਉਹ ਇਮਾਰਤ ਕਦੀ ਕਾਇਮ ਨਹੀਂ ਰਹਿ ਸਕਦੀ। ਜਿਸ ਇਮਾਰਤ ਦੇ ਜਿਹੜਾ ਪਿੱਲਰ ਹੈ ਉਹ ਕੱਢ ਦਈਏ। ਇਸੇ ਤਰੀਕੇ 84 ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਕੁਝ ਸਮਾਂ ਅਸੀਂ ਕਹਿ ਲਈਏ ਕਿ ਸਾਡੇ ਜੀਵਨ ਵਿੱਚੋਂ ਜਿਹੜਾ ਸ਼ਬਦ ਦਾ ਆਧਾਰ ਸੀ, ਜਿਹੜਾ ਗਿਆਨ ਦੀ ਗੱਲ ਸੀ, ਜਿਹੜੀ ਵਿਵੇਕ ਬੁੱਧ ਸੀ, ਉਹਦੀ ਬਜਾਏ ਅਸੀਂ ਰਸਮੀ ਤੌਰ ਦੇ ਉੱਤੇ ਕਰਮਕਾਂਡੀ ਜਾਂ ਬਾਹਰੀ ਆਡੰਬਰ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਤੇ ਸ਼ਬਦ ਦੀ ਵਿਚਾਰ ਦੇ ਉੱਤੇ, ਗੁਰਮਤ ਦੇ ਉਪਦੇਸ਼ ਦੇ ਉੱਤੇ, ਨਾਮ ਜਪਣਾ, ਕਿਰਤ ਕਰਨਾ,
ਵੰਡ ਕੇ ਛਕਣਾ, ਉੱਚੇ ਸੁੱਚੇ ਕਿਰਦਾਰ ਦਾ ਧਾਰਨੀ ਹੋਣਾ, ਇੱਕ ਦਸਾਂ ਨੌਆਂ ਦੀ ਹੱਕ ਦੀ ਸੱਚ ਦੀ ਕਮਾਈ ਕਰਨ ਵਾਲਾ ਜਿਹੜਾ ਗੁਰਮਤ ਦਾ ਜੀਵਨ ਜਾਚ ਵਾਲਾ ਸਿੱਖੀਜ਼ਮ ਸੀਗਾ ਨਾ, ਉਹ ਸਾਡੇ ਵਿੱਚੋਂ ਅਲੋਪ ਹੋ ਗਿਆ। ਕਾਰਨ ਇੱਕ ਹੀ ਸੀ ਕਿ ਅਸੀਂ ਸ਼ਬਦ ਦਾ ਪੱਲਾ ਛੱਡ ਦਿੱਤਾ, ਬਾਣੀ ਦਾ ਪੱਲਾ ਛੱਡ ਦਿੱਤਾ। ਕੋਈ ਦਇਆ ਦੇ ਮਗਰ ਹੋ ਗਏ, ਕੋਈ ਵਹਿਮਾਂ ਭਰਮਾਂ ਚ ਹੋ ਗਏ, ਕੋਈ ਕਰਮ ਕਾਂਡਾਂ ਦੇ ਵਿੱਚ ਹੋ ਗਏ, ਤੇ ਜਿਹੜੀ ਸੁਚੱਜੀ ਸੋਚ ਸਤਿਗੁਰੂ ਮਹਾਰਾਜ ਨੇ ਦਿੱਤੀ ਸੀ ਉਹ ਸਾਡੇ ਜੀਵਨ ਵਿੱਚੋਂ ਅਲੋਪ ਹੋ ਗਈ। ਉਹੀ ਇੱਕ ਵੱਡਾ ਕਾਰਨ ਹੈ ਸਾਡੀ ਗਿਰਾਵਟ ਦਾ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਹੁਤ ਵਧੀਆ ਗੱਲ ਜਿਹੜੀ ਹੈ ਸਨਮੁਖ ਲੈ ਕੇ ਆਂਦੀ ਹੈ ਤੁਸੀਂ। ਸਰਦਾਰ ਸਤਨਾਮ ਸਿੰਘ ਜੀ, ਆਪ ਜੀ ਕੋਲ ਵੀ ਇਹੀ ਸਵਾਲ ਹੈ। ਬੜਾ ਸੋਹਣਾ ਗੁਰਬਾਣੀ ਦਾ ਉਹ ਟੇਕ ਲੈ ਕੇ ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਵੀ ਜਿਵੇਂ ਇੱਕ ਇਮਾਰਤ ਨੂੰ ਇੱਕ ਥੰਮ ਜਿਹੜਾ ਹੈ ਉਹ ਥੰਮਦਾ ਹੈ, ਆਸਰਾ ਦਿੰਦਾ ਹੈ, ਇਵੇਂ ਹੀ ਸਿੱਖ ਦੇ ਜੀਵਨ ਨੂੰ ਸ਼ਬਦ ਜਿਹੜਾ ਹੈ ਉਹ ਥੰਮਦਾ ਹੈ, ਅਗਵਾਈ ਦਿੰਦਾ ਹੈ। ਜਿਉਂ ਮੰਦਰ ਕੋ ਥਾਮੇ ਥੰਮਨ, ਕਿਉਂ ਗੁਰ ਕਾ ਸ਼ਬਦ ਮਨੇ ਅਸਥਾਮਨ। ਕੀ ਤੁਸੀਂ ਵੀ ਜਿਹੜੀ ਇਹ ਇਸ ਵੇਲੇ ਅਜੋਕੀ ਦਸ਼ਾ ਸਾਡੇ ਸਨਮੁਖ ਨਜ਼ਰ ਆ ਰਹੀ ਹੈ, ਉਹਦੇ ਬਾਰੇ ਥੋੜਾ ਜਿਹਾ ਥੋੜਾ ਜਿਹਾ ਵਿਚਾਰ ਆਪਣੇ ਜਿਹੜੇ ਹੈ ਉਹ ਦੱਸਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦੇਖੋ ਵੀ ਜੀ, ਜਿਹੜੀ ਪੰਥ ਦੀ ਅਜੋਕੀ ਦਸ਼ਾ ਏ, ਜੋ ਹਾਲਾਤ ਨੇ, ਜਿਹੜੀ ਗੱਲ ਵੀਰ ਜੀ ਨੇ ਕਹੀ ਹੈ ਡਾਕਟਰ ਸਾਹਿਬ ਨੇ, ਭਈ ਅਸੀਂ ਸ਼ਬਦ ਤੋਂ ਟੁੱਟੇ ਕਿਉਂ? ਸਾਨੂੰ ਜਾਣੇ ਅਣਜਾਣੇ ਤੋੜਿਆ ਗਿਆ। ਤੋੜਿਆ ਕਿੱਦਾਂ ਗਿਆ ਜੀ? ਇੱਕ ਤਾਂ ਸੱਭਿਆਚਾਰਕ ਗੰਧਲਾਪਨ ਜਿਹੜਾ ਉਹ ਇੱਥੇ ਪੈਦਾ ਕਰਤਾ, ਲੋਕਾਂ ਦਾ ਝੁਕਾਅ ਉਧਰ ਕਰ ਦਿੱਤਾ। ਗੈਰ ਸਮਾਜੀ ਜਿਹੜੇ ਗੀਤ ਉਹ ਆ ਗਏ। ਫਿਰ ਜਿਹੜੇ ਸਿੰਗਰਾਂ ਦਾ ਜਿਹੜਾ ਲਾਈਫ ਸਟਾਈਲ ਸੀਗੀ, ਉਹਨਾਂ ਦੀ ਦਿੱਖ ਸੀਗੀ, ਉਹਨੇ ਨੌਜਵਾਨ ਨੂੰ ਗੁੰਮਰਾਹ ਕੀਤਾ ਔਰ ਰੋਲ ਮਾਡਲ ਨੌਜਵਾਨ ਦੇ ਬਦਲ ਕੇ ਉਹ ਲੋਕ ਬਣ ਗਏ ਜਿਹਨੇ ਪਤਤਪੁਣੇ ਨੂੰ ਇਨਕਰਜ ਕੀਤਾ। ਫਿਰ ਅਸ਼ਲੀਲਤਾ, ਜਾਤ ਪਾਤ ਦਾ ਜਿਹੜਾ ਬੋਲਬਾਲਾ ਉਹ ਅੱਜ ਤੱਕ ਵੀ ਨਹੀਂ ਖਤਮ ਹੋਇਆ। ਫਿਰ ਜਦੋਂ ਪੈਲਸ ਆਏ, ਫਜ਼ੂਲ ਖਰਚੀ ਵੱਧ ਗਈ ਤੇ ਐਸੋ ਇਸ਼ਰਤ, ਆਰਾਮ ਸੁੱਖ ਜਿਹੜਾ ਉਧਰ ਪਾਸੇ ਲੋਕ ਤੁਰ ਪਏ। ਔਰ ਜਿਹਦੇ ਨਾਲ ਜਿਹੜੇ ਗਾਣਿਆਂ ਦੇ ਵਿੱਚ ਜਿਹੜਾ ਉਹ ਉਕਸਾਉਣਾ, ਮਤਲਬ ਲੜਾਈ ਝਗੜੇ ਵਾਸਤੇ ਹਾਂਜੀ ਹਥਿਆਰ ਚਲਾਉਣਾ, ਉਸ ਤਰ੍ਹਾਂ ਦਾ ਜਿਹੜਾ ਆ ਗਿਆ। ਉਹਦੇ ਨਾਲ ਵੀ ਇਸਤਰੀ ਦਾ ਸਤਿਕਾਰ ਵੀ ਘਟਿਆ ਤੇ ਅਸਭਿਅਕ ਪ੍ਰਵਿਰਤੀ ਵੀ ਜਿਹੜੀ ਆ ਉਹ ਵਧੀ ਆ। ਇੱਕ ਅੰਧ ਵਿਸ਼ਵਾਸ ਜਿਹੜਾ ਸਾਡੇ 'ਚ ਲੋਕਾਂ 'ਚ ਆ, ਕਿਉਂਕਿ ਜਿਹੜੇ ਦੇਸ਼ 'ਚ ਰਹਿੰਦੇ ਆ ਉਹਦੀ ਮੈਜੋਰਟੀ, ਬਹੁ ਗਿਣਤੀ ਜਿਹੜੀ ਆ ਉਹ ਕਰਮਕਾਂਡੀ ਅੰਧ ਵਿਸ਼ਵਾਸਾਂ ਵਾਲਿਆਂ ਦੀ ਆ। ਅਸੀਂ ਉਹ 'ਚ ਮਰਜ ਹੁੰਦੇ ਗਏ। ਕਰਮਕਾਂਡ, ਤਾਂਤਰਿਕ, ਧੀਆਂ ਦੀਆਂ ਬਲੀਆਂ ਦੇਣੀਆਂ ਬਹੁਤੀ ਪ੍ਰਾਪਤੀ ਵਾਸਤੇ। ਫਿਰ ਜਿਹੜੀ ਵੱਡੀ ਗੱਲ ਕਿ ਜਿਹੜੀ ਗੁਰਬਾਣੀ ਨੂੰ ਛੱਡ ਕੇ ਫਿਰ ਸਾਡੇ ਗੀਤ ਵੀ ਸੀਗੇ। ਦੇਖੋ ਕੁਝ ਚੀਜ਼ਾਂ ਸਾਡੇ ਸੱਭਿਆਚਾਰ ਨਾਲ ਜੁੜੀਆਂ ਨੇ। ਭੰਗੜਾ ਹੈ, ਗਿੱਧਾ ਹੈ, ਝੂਮਰ ਹੈ, ਲੋਰੀਆਂ, ਛਿੱਠਣੀਆਂ, ਘੋੜੀਆਂ, ਸੁਹਾਗ, ਇਹ ਮਤਲਬ ਸਾਰਾ ਕੁਝ ਜਿਹੜਾ ਇਹ ਗੁਰਬਾਣੀ ਵਿੱਚ ਵੀ ਹੈ, ਇਹ ਖਤਮ ਕਰ ਦਿੱਤਾ ਅੱਜ ਦੀ ਲੱਚਰ ਗਾਇਕੀ ਨੇ। ਫਿਰ ਸਾਡਾ ਜਿਹੜਾ ਖੇਡ ਸੱਭਿਆਚਾਰ ਸੀ, ਹਾਂਜੀ, ਮੱਲ ਖਾੜੇ, ਘੋੜ ਸਵਾਰੀ, ਗੁਰੂ ਅੰਗਦ ਦੇਵ ਜੀ ਮੱਲ ਖਾੜਾ ਲਾਉਂਦੇ ਰਹੇ ਨੇ। ਫਿਰ ਨੇਜੇਬਾਜੀ, ਤੀਰ ਅੰਦਾਜ਼ੀ, ਗੱਤਕਾ, ਹਾਕੀ, ਕਬੱਡੀ, ਹੋਲਾ ਮਹੱਲਾ ਤੇ ਨਵੀਆਂ ਖੇਡਾਂ, ਇਹ ਸਾਰਾ ਕੁਝ ਜਿਹੜਾ ਅੱਜ ਦਾ ਜਿਹੜਾ ਟੈਕਨੋਲੋਜੀ ਆ ਗਈ, ਇੰਡੋਰ ਗੇਮਾਂ ਆ ਗਈਆਂ ਹਨਾ, ਤੇ ਉਹਦੇ ਨਾਲ ਵੀ ਇਹ ਸਾਰਾ ਕੁਝ ਸਾਡਾ ਖਤਮ ਹੋ ਗਿਆ। 5 ਦਰਿਆ ਤਾਂ ਸਾਡੇ ਰਹੇ ਨਹੀਂ ਸਾਡੇ ਕੋਲ, ਹੈ ਜੀ। ਤੇ ਜਿਹੜਾ 6ਵਾਂ ਦਰਿਆ ਸ਼ਰਾਬ ਦਾ ਉਹ ਵਗ ਗਿਆ। ਹੁਣ ਸਾਡੀ ਸਰਕਾਰਾਂ ਵੀ ਕਹਿੰਦੀਆਂ ਨੇ ਕਿ ਸਾਨੂੰ ਸ਼ਰਾਬ ਤੋਂ ਜਿਹੜਾ ਉਹ ਆਮਦਨ ਆਉਂਦੀ ਆ, ਐਵਨਿਊ ਆਉਂਦਾ, ਤੇ ਇਹ ਚੱਲਣਾ ਚਾਹੀਦਾ। ਤੁਸੀਂ ਦੇਖੋ ਕਿ ਪੂਰਾ ਦੁਨੀਆ ਲੋਕਡਾਊਨ ਹੋਵੇ, ਪੂਰਾ ਭਾਰਤ ਲੋਕਡਾਊਨ ਹੋਵੇ, ਪੂਰਾ ਪੰਜਾਬ ਲੋਕਡਾਊਨ ਹੋਵੇ, ਤੇ ਮਤਲਬ 3 ਮਹੀਨੇ ਠੇਕੇ, 2 ਮਹੀਨੇ ਬੰਦ ਰਹਿਣ ਤੇ ਠੇਕੇ ਖੁੱਲਣ, ਕੋਈ ਠੇਕੇ ਤੇ ਨਾ ਜਾਵੇ। ਕਾਰਨ ਕੀ ਹੈ? ਜੇ ਦਿੱਲੀ ਦੇ ਵਿੱਚ ਠੇਕੇ ਤੇ ਭੀੜਾਂ ਲੱਗ ਗਈਆਂ, ਪੰਜਾਬ 'ਚ ਕਿਉਂ ਨਹੀਂ ਗਿਆ? ਕਿ ਜਿਹੜੇ ਮਤਲਬ ਸਰਕਾਰੀ ਸਰਪ੍ਰਸਤੀ ਕਹਿ ਲਓ, ਵੱਡਿਆਂ ਦੀ ਸਰਪ੍ਰਸਤੀ ਕਹਿ ਲਓ, ਇਸ ਤੋਂ ਬਿਨਾਂ ਤਾਂ ਕੰਮ ਹੋ ਨਹੀਂ ਸਕਦੇ। ਜਿਹੜੇ ਸ਼ਰਾਬ ਨਿਕਲਦੀ ਸੀ, ਫੈਕਟਰੀਆਂ ਚੱਲਦੀਆਂ ਸੀ, ਘਰੋਂ ਘਰ ਜਿਹੜੀ ਆ ਉਹ ਸ਼ਰਾਬ ਸਪਲਾਈ ਹੁੰਦੀ ਰਹੀ। ਦਵਾਈ ਤੋਂ ਲੋਕ ਵਾਂਝੇ ਰਹੇ, ਚੰਗੇ ਰਾਸ਼ਨ ਲੈਣ ਤੋਂ ਲੋਕ ਵਾਂਝੇ ਰਹੇ। ਪਰ ਜਿਹੜੀ ਚੀਜ਼ ਸਾਨੂੰ ਗਰਕ ਕਰਦੀ ਆ, ਬਰਬਾਦ ਕਰਦੀ ਆ, ਉਹਦੀ ਸਪਲਾਈ ਜਿਹੜੀ ਆ ਉਹ ਲਾਕਡਾਊਨ ਦੇ ਵਿੱਚ ਵੀ ਸਾਡੇ ਘਰਾਂ 'ਚ ਹੁੰਦੀ ਰਹੀ। ਜਦੋਂ ਕਰਫਿਊ ਲੱਗਾ ਤਾਂ ਸਰਕਾਰ ਦੀ ਸਰਪ੍ਰਸਤੀ ਬਿਨਾਂ ਇਹ ਸਾਰਾ ਕੁਝ ਹੋ ਹੀ ਨਹੀਂ ਸਕਦਾ। ਹਾਂਜੀ, ਫਿਰ ਤੁਸੀਂ ਦੇਖੋ ਵੀ ਕਿੱਥੋਂ ਤੱਕ ਅਨਪੜ੍ਹਤਾ ਅਜੇ ਵੀ ਆ ਕਿ ਸ਼ਰਾਬ ਦਾ ਪ੍ਰਸਾਦ ਅੱਜ ਵੀ ਮਜੀਠਾ ਪਿੰਡ ਦੇ ਲਾਗੇ ਅੰਮ੍ਰਿਤਸਰ ਜ਼ਿਲ੍ਹੇ 'ਚ ਰੋਡੇ ਸਾਹਿਬ ਦੀ ਸਮਾਧ ਹੈ, ਉੱਥੇ ਮਤਲਬ ਸ਼ਰਾਬ ਚੱਲਦੀ ਹੈ। ਅੱਧਾ ਪੰਜਾਬ ਸਾਡਾ ਜਿਹੜਾ ਵਾ ਸ਼ਾਮ ਨੂੰ ਟੱਲੀ ਹੋਇਆ ਹੁੰਦਾ,
ਤੁਸੀਂ ਜਾ ਕੇ ਘਰਾਂ ਜਾ ਕੇ ਸਰਵੇ ਬਿਲਕੁਲ ਕਰਕੇ ਦੇਖ ਲਓ। ਇਹਦੇ ਸਤਨਾਮ ਸਿੰਘ ਜੀ, ਬਿਲਕੁਲ ਇਹਦੀ ਇਹ ਗੱਲ ਜਿਹੜੀ ਹੈ ਨਾ, ਅਸੀਂ ਅੱਗੇ ਅਸਲ 'ਚ ਅਸੀਂ ਜਿਹੜੀ ਅਜੋਕੀ ਦਸ਼ਾ ਦੀ ਗੱਲ ਜਿਹੜੀ ਹੈ ਉਹ ਕਰ ਰਹੇ ਹਾਂ। ਇਹਦੇ ਅਸੀਂ ਕਾਰਨ ਜਾਂ ਤੇ ਅੱਗੇ ਹੱਲ ਅੱਗੇ ਅਸੀਂ ਅਗਲੀ ਗੱਲ ਜਿਹੜੀ ਕਰਨੀ ਆ। ਬਹੁਤ ਸੋਹਣੀ ਤੁਸੀਂ ਗੱਲ ਜਿਹੜੀ ਲੈ ਕੇ ਆਏ ਹੋ ਵੀ ਆਹ ਸਾਡੇ ਹਾਲਾਤ ਉਸ ਤੋਂ ਬਾਅਦ ਜਿਹੜੇ ਬਣੇ ਨੇ। ਸਰਦਾਰ ਦਿਲਬਾਗ ਸਿੰਘ ਜੀ ਜਿਹੜੀ ਪੱਗੜੀ ਗੱਲ ਲੋਪ ਹੋ ਸਤਨਾਮ ਗਈ। ਸਿੰਘ ਹੋਰਾਂ ਨੇ ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਆ, ਜਿਹੜੀ ਦਿਲਬਾਗ ਸਿੰਘ ਜੀ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਅਸੀਂ ਜਿਹੜੀ ਅਜੋਕੀ ਦਸ਼ਾ ਸਾਡੀ ਵੀ ਜਿੱਥੋਂ ਐਡੇ ਵੱਡੇ ਘੱਲੂਘਾਰਿਆਂ ਦੇ ਵਿੱਚੋਂ ਨਿਕਲ ਕੇ ਕੌਮ ਨੇ ਇੱਕ ਫਿਰ ਸੰਭਲ ਕੇ ਜਿਹੜੀ ਹੈ ਇੱਕ ਦਿਸ਼ਾ ਵੱਲ ਵਧੇ, ਕੀ ਤੁਸੀਂ ਸਮਝਦੇ ਹੋ ਵੀ ਆਪਾਂ ਦਿਸ਼ਾਹੀਣ ਹੋ ਗਏ ਆ ਅੱਜ? ਦਿਲਬਾਗ ਸਿੰਘ ਦੀ ਆਵਾਜ਼ ਨਹੀਂ ਆ ਰਹੀ ਜੀ, ਮੇਰੇ ਖਿਆਲ ਉਹਨਾਂ ਦੀ। ਤੇ ਥੋੜਾ ਤੁਸੀਂ ਆਪਣੇ ਹੈੱਡਫੋਨ ਜੇ ਯੂਜ਼ ਕਰ ਲੈਣ, ਤੇ ਉਹਨਾਂ ਦੀ ਆਵਾਜ਼ ਨਹੀਂ ਸਾਡੇ ਕੋਲ ਪਹੁੰਚ ਰਹੀ ਦਿਲਬਾਗ ਸਿੰਘ ਦੀ। ਹਾਂਜੀ ਆ ਰਹੀ ਜੀ, ਆ ਰਹੀ, ਕਰੋ ਗੱਲ, ਕਰੋ ਦਿਲਬਾਗ ਸਿੰਘ ਜੀ, ਕਰੋ ਗੱਲ। ਔਰ ਜਦੋਂ ਤੁਸੀਂ ਇਤਿਹਾਸ ਪੜ੍ਹੋ, ਸਿਰਫ ਪੂਰੇ ਹਿੰਦੁਸਤਾਨ ਵਰਸ਼ ਵਿੱਚ ਕੇਵਲ ਧਾਰਮਿਕ ਸਥਾਨ ਜਿਹੜੇ ਸਿੱਖਾਂ ਨੇ ਮੋਰਚੇ ਲਾਏ, ਕਿਉਂਕਿ ਅੰਗਰੇਜ਼ ਇਸ ਗੱਲ ਨੂੰ ਸਮਝ ਚੁੱਕੇ ਸਨ ਵੀ ਜੇ ਸਿੱਖ ਕੌਮ ਨੂੰ ਅਸੀਂ ਘਰ ਵਾਲੇ ਪਾਸੇ ਲੈ ਕੇ ਜਾਣਾ, ਇਹਨੂੰ ਗੁਲਾਮ ਰੱਖਣਾ, ਇਹਨਾਂ ਦੇ ਧਾਰਮਿਕ ਸਥਾਨ ਸਾਨੂੰ ਕਾਬੂ ਕਰਨਾ ਜ਼ਰੂਰੀ। ਦਿਲਬਾਗ ਸਿੰਘ ਜੀ, ਮੈਂ ਇਹ ਖਿਮਾ ਦਾ ਜਾਚਕ ਹਾਂ, ਤੁਸੀਂ ਤੁਹਾਡਾ ਜਿਹੜਾ ਨਾ ਤੁਹਾਡਾ ਦਿਲਬਾਗ ਸਿੰਘ ਜੀ, ਤੁਹਾਡਾ ਸਿਗਨਲ ਬਹੁਤ ਲੋ ਆ, ਥੋੜਾ ਜਿਹਾ ਤੁਸੀਂ ਇਹਨੂੰ ਸੈੱਟ ਕਰ ਲਓ, ਉਨੀ ਦੇਰ ਤੱਕ ਅਸੀਂ ਅੱਗੇ ਜਿਹੜੀ ਗੱਲ ਆਪਣੀ ਚਲਾਉਂਦੇ ਆ। ਡਾਕਟਰ ਸਾਹਿਬ, ਇਹ ਤਾਂ ਸਾਨੂੰ ਨਜ਼ਰ ਆਉਂਦਾ ਹੈ ਸਾਰਾ ਕੁਝ, ਅਸੀਂ ਸਾਰੇ ਜਿਹੜੇ ਦਰਦਮੰਦ ਸਿੱਖ ਨੇ ਉਹ ਆਪਣੀ ਗੱਲ ਨੂੰ ਕਰਦੇ ਨੇ, ਸਟੇਜਾਂ ਤੇ ਕਰਦੇ ਨੇ, ਕਿਤੇ ਕਰਦੇ ਨੇ। ਤੁਸੀਂ ਕੀ ਸਮਝਦੇ ਹੋ ਵੀ ਇਸ ਅਜੋਕੀ ਦਸ਼ਾ ਜਿਹੜੀ ਆ, ਜਿਹੜੀ 84 ਤੋਂ ਬਾਅਦ ਆ ਸਾਰਾ ਕੁਝ ਪਨਪਿਆ, ਜੇ ਇੰਨੀ ਵੱਡੀ ਕਾਮਯਾਬੀ ਉਹਨਾਂ ਨੂੰ ਮਿਲ ਸਕਦੀ ਆ ਲੱਚਰ ਗਾਇਕਾ ਦੇ ਵਿੱਚ, ਪੰਜਾਬੀ ਸੱਭਿਆਚਾਰ ਨੂੰ ਵਿਗਾੜ ਦਿੱਤਾ, ਔਰ ਇਤਨਾ ਡੇਰਾਵਾਦ ਜਿਹੜਾ ਹੈ ਪੰਜਾਬ ਦੇ ਵਿੱਚ 84 'ਚ ਤੁਹਾਨੂੰ ਕਿਤੇ ਨਜ਼ਰ ਨਹੀਂ ਸੀ ਆਉਂਦਾ। ਟਾਵਾਂ ਕੋਈ ਜਿਹੜਾ ਉਦੋਂ ਕੋਈ ਸੇਧ ਸੀਗੀ ਕੋਈ ਹੋਰ ਹੋਵੇਗੀ, ਜਿਹੜੇ ਕੋਈ ਮਹਾਂਪੁਰਖ ਜਿਹੜੇ ਆਪਣੀ ਕਮਾਈ ਵਾਲੇ ਹੋਣਗੇ, ਪਰ ਜਿਹੜਾ ਹੁਣ ਤਾਣਾ ਬਾਣਾ ਵਿਗੜਿਆ, ਇਹ ਜਿਹੜੀ ਅਜੋਕੀ ਦਸ਼ਾ ਹੈ, ਜਿਹੜਾ ਸਾਡੇ ਸਨਮੁਖ ਸਾਡੇ ਅਸੀਂ ਕਿਉਂ ਨਹੀਂ, ਅਸੀਂ ਆਪਣੇ ਨਿਸ਼ਾਨੇ ਵੱਲ ਕੀ ਕਾਰਨ ਆ ਵੀ ਅਸੀਂ ਕਿਉਂ ਨਹੀਂ ਵੱਧ ਸਕੇ? ਜੇ ਉਹ ਇੰਨਾ ਆਪਣਾ ਇਹਦੇ ਵਿੱਚ ਕਾਮਯਾਬ ਹੋ ਸਕਦੇ ਨੇ, ਤੇ ਸਾਡਾ ਕੀ ਕਾਰਨ ਆ ਵੀ ਅਸੀਂ ਕਿਉਂ ਨਹੀਂ ਆਪਣੀ ਇਸ ਧਾਰਮਿਕ ਗਤੀਵਿਧੀਆਂ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋ ਸਕੇ? ਉਹਦਾ ਸਭ ਤੋਂ ਵੱਡਾ ਕਾਰਨ ਵੀਰ ਜੀ ਇਹ ਹੈ ਕਿ ਸਾਡੇ ਜਿਹੜੇ ਐਫਰਟਸ ਨੇ, ਜਿਹੜੀਆਂ ਸਾਡੀਆਂ ਇਸ ਉਨਤਾਈਆਂ ਨੂੰ ਦੂਰ ਕਰਨ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਨੇ, ਉਹ ਕੋਈ ਇਹੋ ਜਿਹਾ ਉਹਨਾਂ ਦੇ ਅੰਦਰ ਮਿਆਰ ਨਹੀਂ ਹੈ, ਬਲ ਨਹੀਂ ਹੈ। ਜੇ ਆਪਾਂ ਕਹੀਏ ਵੀ ਜਾਰੀ ਹੋਵੇ ਵੱਡੀ, ਸਾਡੇ ਜਿਹੜੇ ਐਫਰਟਸ ਨੇ ਉਹਦੇ ਬਰਾਬਰ ਬੜੇ ਨਿਗੁਣੇ ਗਏ ਨੇ। ਸਾਡੇ ਕੋਲ ਜਿਹੜੀਆਂ ਸੰਸਥਾਵਾਂ ਨੇ, ਸਾਡੇ ਕੋਲ ਜਿਹੜੇ ਪ੍ਰਚਾਰ ਦੇ ਸਾਧਨ ਨੇ, ਜਾਂ ਸਾਡੀ ਕੌਮੀ ਪੱਧਰ ਦੇ ਉੱਤੇ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਸਭ ਤੋਂ ਵੱਡੀ ਇੱਛਾ ਸ਼ਕਤੀ ਹੈ, ਉਹ ਬਹੁਤ ਘੱਟ ਹੈ। ਅਸੀਂ ਨਗਰ ਕੀਰਤਨਾਂ ਦੇ ਉੱਤੇ ਸਟਾਲ ਲਾ ਕੇ, ਬੈਨਰ ਲਾ ਕੇ, ਤੌਰ ਦੇ ਉੱਤੇ ਰਸਮ ਪੂਰੀ ਕਰਕੇ ਅਸੀਂ ਸਭ ਸਾਡਾ ਜਿਹੜਾ ਉਹ ਪ੍ਰਚਾਰ ਹੋ ਗਿਆ। ਸਿਆਸੀ ਬੰਦੇ ਨੇ ਉਹ ਸਿਆਸਤ ਦੇ ਅਧੀਨ ਉਹਨੇ ਕੋਈ ਐਫਰਟਸ ਕਰਕੇ ਜਿਹੜੇ ਉਹਨਾਂ ਦੇ ਵੋਟ ਬੈਂਕ ਨੂੰ ਕਾਮਯਾਬ ਕਰਨ, ਉਨੀ ਕੁ ਕੋਸ਼ਿਸ਼ ਕਰਕੇ ਸਮਝਦੇ ਆ ਬਈ ਜਿਹੜਾ ਉਹ ਸਾਡਾ ਕੰਮ ਪੂਰਾ ਹੋ ਗਿਆ। ਜਿਹੜੀ ਤੁਸੀਂ ਡੇਰਿਆਂ ਦੀ ਗੱਲ ਕੀਤੀ ਹੈ, ਉਹਨਾਂ ਆਪਣੀ ਵੱਖਰੀ ਮਰਿਆਦਾ, ਆਪਣੀ ਸਿੱਖੀ ਸੇਵਕੀ ਆਪਣੇ ਦਾਇਰੇ ਦੇ ਅੰਦਰ ਕਾਇਮ ਕਰਦੇ। ਜਿਹੜੇ ਸਕੂਲ ਕਾਲਜ, ਅਸੀਂ ਸਕੂਲਾਂ ਕਾਲਜਾਂ ਦੇ ਅੰਦਰ ਅਸੀਂ ਉਹ ਮਿਆਰ ਸਿੱਖਿਆ, ਮਿਆਰੀ ਜੀਵਨ ਜਾਚ ਵਾਲੇ, ਉੱਥੋਂ ਦੇ ਪੜ੍ਹਾਉਣ ਵਾਲੇ ਬੰਦੇ ਅਸੀਂ ਉਹ ਨਹੀਂ ਦੇ ਸਕੇ। ਮਤਲਬ ਕਿ ਜੋ ਅਸੀਂ ਕਰ ਰਹੇ ਹਾਂ ਨਾ, ਉਹ ਆਪਣੇ ਲੈਵਲ ਦੇ ਉੱਤੇ ਇੰਨਾ ਕੁ ਛੋਟਾ ਹੈਗਾ ਕਿ ਬਿਮਾਰੀ ਐਡੀ ਵੱਡੀ ਹੈ ਕਿ ਸਾਡੇ ਕੋਲ ਕੋਈ ਇਹੋ ਜਿਹੇ ਕੇਂਦਰੀ ਉਪਰਾਲੇ, ਇੱਕ ਕੰਸੋਲੀਡੇਟਿਡ ਪਾਲਿਸੀ ਨਹੀਂ ਹੈ। ਤੇ ਜਿਸ ਕੰਸੋਲੀਡੇਟਿਡ ਪਾਲਿਸੀ ਦੇ ਨਾਲ ਅਸੀਂ ਐਡੀ ਵੱਡੀ ਚੁਣੌਤੀ ਜਿਹੜੀ ਅੱਜ ਸਾਡੇ ਸਾਹਮਣੇ ਖੜੀ ਹੈ, ਅਸੀਂ ਉਸ ਚੁਣੌਤੀ ਨੂੰ ਵਕਤ ਦੇ ਮੰਨ ਕੇ ਜਿਹੜਾ ਉਸ ਨੂੰ ਕਬੂਲ ਕਰਕੇ ਉਸ ਦੇ ਲਈ ਕੋਈ ਇਹੋ ਜਿਹਾ ਸਾਰਥਕ ਹੱਲ ਕੱਢ ਸਕੀਏ ਜਿਹਦੇ ਵਿੱਚ ਸਾਡੇ ਕੋਲ ਇੱਕ ਸੋਚ ਹੋਵੇ, ਸਾਡੇ ਕੋਲ ਇੱਕ ਸਾਹਿਤ ਹੋਵੇ, ਸਾਡੇ ਕੋਲ ਇੱਕ ਸੰਗਠਨ ਜਿਹੜੀ ਹੈ ਕੌਮੀ ਪੱਧਰ ਦੀ, ਜਿਹਨੂੰ ਮਹਾਰਾਜ ਨੇ ਜਥੇਬੰਦੀ ਕਿਹਾ ਸੀ, ਜਿਹਨੂੰ ਗੁਰੂ ਪੰਥ ਕਿਹਾ ਸੀ,
ਉਹ ਜਿਹੜੀ ਸਾਡੀ ਸ਼ਕਤੀ ਹੈ ਨਾ, ਪੰਥਕ ਸ਼ਕਤੀ ਜਿਹੜੀ ਆ, ਉਹ ਖਿੱਲਰ ਗਈ ਹੈ, ਉਹ ਖਿੰਡ ਪੁੰਡ ਗਈ ਹੈ। ਉਹ ਕਿਤੇ ਡੇਰਿਆਂ 'ਚ ਵੰਡੀ ਗਈ ਹੈ, ਉਹ ਕਿਤੇ ਛੋਟੀਆਂ ਛੋਟੀਆਂ ਸਭਾ ਸੁਸਾਇਟੀਆਂ ਵਿੱਚ ਵੰਡੀ ਗਈ ਹੈ, ਉਹ ਛੋਟੀਆਂ ਛੋਟੀਆਂ ਸੰਸਥਾਵਾਂ ਵਿੱਚ ਵੰਡੀ ਗਈ ਹੈ। ਉਹ ਇਹੋ ਜਿਹੇ ਨਿਗੁਣੇ ਕੰਮ ਕਰਕੇ ਉਹ ਆਪਣੇ ਆਪ ਦੇ ਅੰਦਰ ਆਪਣੇ ਆਪ ਨੂੰ ਤਸੱਲੀ ਦੇ ਕੇ ਬੈਠੇ ਨੇ ਵੀ ਅਸੀਂ ਬਹੁਤ ਵੱਡੇ ਉਦਮ ਕਰ ਰਹੇ ਹਾਂ। ਇਸ ਲਈ ਸਾਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਦਮ ਦੀ ਜ਼ਰੂਰਤ ਹੈ। ਬਿਲਕੁਲ, ਬਹੁਤ ਵਧੀਆ ਡਾਕਟਰ ਸਾਹਿਬ, ਬੜੀ ਵਧੀਆ ਗੱਲ ਜਿਹੜੀ ਹੈ ਤੁਸੀਂ ਸਨਮੁਖ ਲੈ ਕੇ ਆਏ ਹੋ। ਸਾਨੂੰ ਉਹ ਨਾ ਗੁਰੂ ਕੀ ਸੰਗਤ ਇੱਕ ਕਹਾਣੀ ਅਸੀਂ ਪੜ੍ਹਦੇ ਹੁੰਦੇ ਸੀਗੇ, ਇੱਕ ਬਾਪ ਨੇ ਇੱਕ ਬੰਚ, ਇੱਕ ਲੱਕੜਾਂ ਦਾ ਗੁੱਛਾ ਜਿਹੜਾ ਉਹ ਆਪਣੇ ਪੁੱਤਰਾਂ ਨੂੰ ਦੇ ਦਿੱਤਾ ਤੇ ਉਹਨੂੰ ਕਹਿੰਦੇ ਇਹਨੂੰ ਤੋੜੋ। ਉਹ ਤੋੜਨ ਲੱਗੇ ਤਾਂ ਉਹ ਟੁੱਟੇ ਨਾ। ਜਿਸ ਵੇਲੇ ਉਹ ਨਹੀਂ ਟੁੱਟਿਆ ਤੇ ਫਿਰ ਕੀ ਕੀਤਾ, ਪਿਤਾ ਨੇ ਉਹਨਾਂ ਬੱਚਿਆਂ ਨੂੰ, ਚਾਰਾਂ ਬੱਚਿਆਂ ਨੂੰ ਇੱਕ ਇੱਕ ਜਿਹੜੀ ਹੈ ਉਹ ਸੋਟੀ ਜਿਹੜੀ ਉਹਨਾਂ ਨੂੰ ਪਕੜਾ ਦਿੱਤੀ ਔਰ ਉਹਨਾਂ ਨੇ ਬੜੀ ਜਲਦੀ ਉਹਨੂੰ ਤੋੜ ਦਿੱਤਾ। ਔਰ ਉਹ ਤੋਂ ਸਿੱਖਿਆ ਜਿਹੜੀ ਉਹਨੇ, ਉਹ ਪੁੱਛਦੇ ਨੇ ਕਿ ਪਿਤਾ ਜੀ ਇਹ ਕੀ ਕਾਰਨ ਆ? ਉਹ ਕਹਿਣ ਲੱਗੇ ਪੁੱਤਰ ਕਾਰਨ ਇਹੀ ਆ ਕਿ ਜਿਸ ਵੇਲੇ ਇਹ ਇਕੱਠਾ ਗੁੱਛਾ ਸੀਗਾ 4 ਸੋਟੀਆਂ ਦਾ, ਤੁਸੀਂ ਇਹਨੂੰ ਨਹੀਂ ਤੋੜ ਸਕੇ, ਪਰ ਜਦੋਂ ਮੈਂ ਕੱਲੀ ਕੱਲੀ ਤੁਹਾਨੂੰ ਫੜਾਈ ਹੈ ਤੇ ਉਦੋਂ ਤੁਸੀਂ ਇਹਨੂੰ ਬੜੇ ਆਸਾਨੀ ਨਾਲ ਜਿਹੜਾ ਤੁਸੀਂ ਤੋੜ ਦਿੱਤਾ। ਬਸ ਇਹਦਾ ਇੱਕ ਜ਼ਿੰਦਗੀ ਦਾ ਇੱਕ ਤੋਂ ਸਾਨੂੰ ਮੈਸੇਜ, ਸਾਨੂੰ ਸੁਨੇਹਾ ਮਿਲਦਾ ਕਿ ਜਦੋਂ ਤੱਕ ਤੁਸੀਂ ਚਾਰੇ ਇਕੱਠੇ ਰਹੋਗੇ ਨਾ, ਤੁਹਾਨੂੰ ਕੋਈ ਨਹੀਂ ਤੋੜ ਸਕੇਗਾ, ਪਰ ਜਦੋਂ ਵੱਖਰੀ ਵੱਖਰੀ ਵਿਚਾਰਧਾਰਾ, ਵੱਖਰੇ ਵੱਖਰੇ ਲੈ ਕੇ ਤੁਸੀਂ ਚੱਲੋਗੇ ਨਾ ਆਪਣਾ ਸਿਧਾਂਤ, ਤੇ ਫਿਰ ਤੁਹਾਨੂੰ ਹਰ ਬੰਦਾ ਜਿਹੜਾ ਹੈ ਉਹ ਤੋੜ ਦੇਵੇਗਾ। ਮੇਰਾ ਖਿਆਲ ਕਾਰਨ ਉਹ ਕਹਾਣੀ ਹੈ, ਲੇਕਿਨ ਸਿੱਖਿਆ ਵੀ ਇਹੀ ਮਿਲਦੀ ਆ ਕਿ ਗੁਰੂ ਕੇ ਸਿੱਖੋ ਜਦੋਂ ਵੱਖਰੀ ਵੱਖਰੀ ਡਫਲੀ ਅਸੀਂ ਵਜਾਵਾਂਗੇ ਨਾ, ਕਹਿਣ ਨੂੰ ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਵੀ ਦਾਅਵਾ ਸਾਡਾ ਬੜਾ ਵੱਡਾ ਹੈ। ਹਰ ਬੰਦਾ ਦਾਅਵਾ ਕਰ ਰਿਹਾ ਕਿ ਮੈਂ ਫਲਾਣੇ ਇੰਨੇ ਖੰਡੇ ਬਾਟੇ ਦੀ ਪੌਲ ਛਕਾ ਦਿੱਤੀ ਆ, ਇੰਨਾ ਵੱਡਾ ਪ੍ਰਚਾਰ, ਇੰਨੇ ਸਾਲ ਪ੍ਰਚਾਰ, ਪਰ ਜਦੋਂ ਆਊਟਪੁੱਟ ਦੀ ਗੱਲ ਆਵੇ, ਸਨਮੁਖ ਸਮਾ ਕੇ ਪੁੱਛੀ ਇਹਨਾਂ ਨੂੰ, ਭਾਈ ਇੰਨੀ ਤੇ ਸਾਡੀ ਟੋਟਲ ਗਿਣਤੀ ਨਹੀਂ ਹੋ ਅੰਮ੍ਰਿਤਧਾਰੀ ਖੰਡੇ ਬਾਟੇ ਦੀ ਪੌਲ ਜਣਾ ਛਕੀ ਜਿੰਨੀ ਇਕੱਲਾ ਬੰਦਾ ਦਾਅਵਾ ਕਰ ਰਿਹਾ। ਉਸ ਵੇਲੇ ਅਸੀਂ ਜਵਾਬ ਦੇਣ ਤੋਂ ਅਸਮਰਥ ਹੋ ਜਾਂਦੇ ਹਾਂ। ਸਰਦਾਰ ਸਤਨਾਮ ਸਿੰਘ ਜੀ, ਜਿਹੜੀ ਅਜੋਕੀ ਸਾਡੀ ਦਸ਼ਾ ਹੈ, ਜੋ ਸਨਮੁਖ ਸਾਡੇ ਦਰਪੇਸ਼ ਮੁਸ਼ਕਲਾਂ ਨੇ, ਦਿਲਬਾਗ ਸਿੰਘ ਜੀ ਤੁਸੀਂ ਆ ਗਏ ਆਨਲਾਈਨ ਥੋੜਾ ਜਿਹਾ। ਦਿਲਬਾਗ ਸਿੰਘ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਨਹੀਂ ਮੇਰੇ ਖਿਆਲ ਆਵਾਜ਼ ਨਹੀਂ ਸੁਣ ਰਹੀ। ਹਾਂ ਆ ਰਹੀ ਹੈ ਜੀ, ਆ ਰਹੀ ਹੈ। ਮੈਂ ਤੁਹਾਡੇ ਕੋਲ ਹੀ ਲੈ ਕੇ ਆਉਣਾ, ਤੁਹਾਡੇ ਕੋਲ ਲੈ ਕੇ ਆ ਰਿਹਾ ਇਹ ਸਵਾਲ ਵੀ ਜਿਹੜੀਆਂ ਅੱਜ ਦਰਪੇਸ਼ ਮੁਸ਼ਕਲਾਂ ਨੇ ਸਨਮੁਖ ਸਾਡੇ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਵੀ ਉਹ ਦਾਅਵੇ ਸਾਡੇ ਬੜੇ ਵੱਡੇ ਨੇ, ਵੱਡੇ ਵੱਡੇ ਅਸੀਂ ਸਮਾਗਮ, ਵੱਡੇ ਵੱਡੇ ਬਹੁਤ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਅਸੀਂ ਕੀਤੇ ਨੇ ਕਿ ਹੁਣ ਹੀ ਅਸੀਂ ਆਪਣੇ ਆਪ ਨੂੰ, ਜੇ ਇਹਦੇ ਵਿੱਚੋਂ ਸਾਡੀ ਆਊਟਪੁੱਟ ਨਹੀਂ ਨਿਕਲੀ ਤੇ ਅਸੀਂ ਇਹਨਾਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਸਾਨੂੰ ਕਿਹੋ ਜਿਹਾ ਪ੍ਰੋਗਰਾਮ ਲਿਖਣਾ ਪਵੇਗਾ ਜਿਹਦੇ ਨਾਲ ਕੌਮ ਦੀ ਚੜ੍ਹਦੀ ਕਲਾ ਵਿੱਚ ਆਵੇ। ਜੀ ਵੀਰ ਜੀ ਦੇਖੋ, ਜੇ ਆਪਾਂ ਕੌਮੀ ਪੱਧਰ ਤੇ ਉਤਾਂ ਜਾਣਾ ਤੇ ਸਤਿਗੁਰ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਸੀ। ਬਿਲਕੁਲ, ਪੀਰੀ ਤੇ ਮੀਰੀ ਦੋ ਗੱਲਾਂ ਇਕੱਠੀਆਂ ਸਨ। ਸਿੱਖ ਜਿਹੜਾ ਉਹ ਧਾਰਮਿਕ ਵੀ ਤੇ ਰਾਜਨੀਤਿਕ ਵੀ ਹੈ। ਜਦੋਂ ਤੱਕ ਅਸੀਂ ਰਾਜਨੀਤਿਕ ਜਿਹੜੀ ਪਕੜ ਹੈ ਸਾਡੀ ਧਰਮ ਦੀ ਜਿਹੜੀ ਦੁਰਦਸ਼ਾ ਕੀਤੀ ਜਾ ਰਹੀ ਹੈ, ਉਦੋਂ ਤੱਕ ਅਸੀਂ ਕਦੇ ਵੀ ਅਗਾਂਹ ਵੱਲ ਵੱਧ ਨਹੀਂ ਸਕਦੇ, ਕਿਉਂਕਿ ਧਰਮ ਦੇ ਜਿੰਨੇ ਵੀ ਕਾਰਜ ਕੀਤੇ ਜਾ ਰਹੇ ਨੇ ਉਹਦਾ ਰਾਜਨੀਤਿਕਰਨ ਕੀਤਾ ਜਾ ਰਿਹਾ। ਜੇ ਆਪਾਂ ਧਰਮ ਦੇ ਵਿੱਚੋਂ ਵੀ ਵੋਟ ਲੱਭਣੀ ਹੈ ਵੀ ਮੈਂ ਆਪਣੀ ਰਾਜਨੀਤੀ ਕਿਵੇਂ ਚੁਕਾਉਣੀ ਹੈ, ਤੇ ਸੋਚੀਏ ਵੀ ਸਾਡਾ ਜਿਹੜਾ ਕੌਮ ਹੈ ਜਾਂ ਸਮਾਜ ਹੈ ਉਹ ਤਰੱਕੀ ਕਰ ਸਕੇ, ਇਹ ਅਸੰਭਵ ਹੈਗਾ ਜੀ। ਦੂਸਰੀ ਗੱਲ, ਜਿਹੜਾ ਸਾਡਾ ਦੁਸ਼ਮਣ ਹੈ ਉਹ ਬੜਾ ਸ਼ਾਤਰ ਹੈਗਾ। ਜਿਹੜਾ ਦੁਸ਼ਮਣ ਹੈ ਨਾ ਉਹ ਬੜਾ ਸ਼ਾਤਰ ਹੈਗਾ। ਉਹ ਸਮਝ ਗਿਆ ਵੀ ਇਹਨਾਂ ਦਾ ਜਿਹੜਾ ਇਤਿਹਾਸ ਹੈ ਨਾ, ਇਹਨਾਂ ਨੂੰ ਜੇ ਤਲਵਾਰ ਦੀ ਜ਼ੋਰ ਨਾਲ ਮਾਰਨਾ ਚਾਹੀਏ ਤੇ ਇਹ ਨਹੀਂ ਮਰਨਗੇ। ਇਸ ਲਈ ਉਹਨੇ ਵੱਡਾ ਇੱਕ ਸਾਡਾ ਜਿਹੜਾ ਹੈ ਨਾ, 4 ਜਿਹੜੇ ਹੈਗੇ ਆ ਨੁਕਤੇ ਨੇ, ਸ਼ਾਮ, ਦਾਮ, ਦੰਡ, ਭੇਦ, ਉਹਨੇ ਜਿਹੜਾ ਭੇਦ ਵਾਲਾ ਨੁਕਤਾ ਉਹ ਸਾਡੇ 'ਚ ਵੱਡੀ ਤਰ੍ਹਾਂ ਫਿੱਟ ਕਰ ਦਿੱਤਾ ਜੀ। ਜਿੰਨਾ ਚਿਰ ਅਸੀਂ ਅਕਾਲ ਤਖਤ ਦੇ ਝੰਡੇ ਹੇਠਾਂ ਇਕੱਠੇ ਨਹੀਂ ਹੋਵਾਂਗੇ, ਅਸੀਂ ਕਹਿ ਦਿੰਦੇ ਹਾਂ ਵੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਪਰ ਉਹਦੀ ਮਰਿਆਦਾ ਨੂੰ ਅਸੀਂ ਮੰਨਣ ਵਾਸਤੇ ਤਿਆਰ ਨਹੀਂ। ਔਰ ਵੱਡੀ ਗੱਲ, ਜਿਹੜਾ ਅਕਾਲ ਤਖਤ ਹੈ ਉਹਦਾ ਵੀ ਜਿਹੜਾ ਰਾਜਨੀਤੀਕਰਨ ਕੀਤਾ ਜਾਂਦਾ ਜੇ। ਜਦੋਂ ਰਾਜਨੀਤੀਕਰਨ ਹੁੰਦਾ ਜੇ ਤੇ ਜਿਹੜਾ ਸਿੱਖ ਹਿਰਦਾ ਉਹ ਕਿਤੇ ਨਾ ਕਿਤੇ ਕਮਜ਼ੋਰ ਪੈਂਦਾ ਜੇ। ਸੋ ਜਿੰਨਾ ਚਿਰ ਅਸੀਂ ਇੱਕ ਗੱਲ ਅਸੀਂ ਕਲੀਅਰ ਕਰ ਲਈਏ ਵੀ ਅਕਾਲ ਤਖਤ ਕੋਈ ਬਿਲਡਿੰਗ ਨਹੀਂ ਆ, ਇਮਾਰਤ ਨਹੀਂ ਹੈ, ਬਿਲਡਿੰਗ ਨਹੀਂ ਹੈ, ਉਹ ਇੱਕ ਸਿਧਾਂਤ ਹੈ। ਪਰ ਸਿਧਾਂਤ ਜਿਹੜਾ ਉਹ ਤੇ ਸ਼ਬਦ ਗੁਰੂ ਦੇ ਅਨੁਸਾਰ ਹੀ ਨਿਕਲੇਗਾ ਨਾ। ਉਹ ਇੱਕ ਸਥਾਨ ਆ ਜਿੱਥੇ ਬੈਠ ਕੇ ਅਸੀਂ ਸ਼ਬਦ ਗੁਰੂ ਦੀ, ਕਿਉਂਕਿ ਸਰਵਉੱਚ ਸ਼ਬਦ ਗੁਰੂ ਆ, ਗੁਰਬਾਣੀ ਆ ਸਾਡੀ, ਸ਼ਬਦ ਗੁਰੂ ਦੀ ਅਗਵਾਈ ਹੇਠ ਉੱਥੇ ਸਿੱਖ ਇਕੱਠੇ ਹੋ ਕੇ ਉਹ ਪ੍ਰੋਗਰਾਮ ਲਿਖਣ ਜਿਹਦੇ ਵਿੱਚ ਕੌਮ ਦਾ ਭਲਾ ਹੋਵੇ। ਜੀ
ਬਸ ਇਹਦੇ ਵਿੱਚ ਹੀ ਵੱਡਾ ਕਾਰਨ ਹੈ ਨਾ ਕਿ ਦੇਖੋ ਅਕਾਲ ਤਖਤ ਉੱਤੇ ਬਹਿ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਬਹਿ ਕੇ ਗੁਰੂ ਬਾਣੀ ਦੀ ਰੋਸ਼ਨੀ ਵਿੱਚ ਆਪਾਂ ਬਿਲਕੁਲ ਕੌਮ ਦੀ ਚੜ੍ਹਦੀ ਕਲਾ ਵਾਸਤੇ ਪ੍ਰਭੂ ਲਿਖਣੇ ਸਨ। ਪਰ ਸਮੱਸਿਆ ਇਹ ਵੀ ਬਿਲਕੁਲ ਆਪਾਂ ਉੱਥੇ ਇਕੱਠੇ ਹੋਣ ਵਾਸਤੇ ਤਿਆਰ ਹੀ ਨਹੀਂ ਹੈਗੇ ਜੀ, ਬੈਠਣ ਵਾਸਤੇ ਤਿਆਰ ਹੀ ਨਹੀਂ ਹੈ। ਜਿੰਨਾ ਚਿਰ ਅਸੀਂ ਏਕਤਾ ਵਿੱਚ ਨਹੀਂ ਆਵਾਂਗੇ ਉਹਨਾਂ ਚਿਰ ਭਾਵੇਂ ਜੋ ਮਰਜ਼ੀ ਆਪਾਂ ਕਰ ਲਈ, ਜਿਹੜਾ ਕੌਮ ਦਾ ਪੱਧਰ ਹੈ ਉਹ ਤਾਂ ਨਹੀਂ ਚੁੱਕਿਆ ਜਾ ਸਕਦਾ। ਡੇਰਾਦਾਰ ਜਿਹੜਾ ਮੈਂ ਜਿਹਦੇ ਪਿੱਛੇ ਗੱਲ ਕਰਨਾ ਚਾਹੁੰਦਾ ਸੀ ਵੀ ਜਿਹੜਾ ਦੁਸ਼ਮਣ ਹੈ ਉਹ ਸਮਝ ਗਿਆ ਵੀ ਇਹ ਧਾਰਮਿਕ ਤੌਰ ਤੇ ਜਿੰਨਾ ਚਿਰ ਕਮਜ਼ੋਰ ਨਹੀਂ ਹੋਣਗੇ ਉਹਨਾਂ ਚਿਰ ਅਸੀਂ ਸਿੱਖ ਨੂੰ ਨਹੀਂ ਮਾਰ ਸਕਦੇ। ਇਸ ਲਈ ਉਹ ਇਸ ਚਾਲ 'ਚ ਬੜੀ ਤਰ੍ਹਾਂ ਸਫਲ ਹੋ ਗਿਆ ਜੀ, ਔਰ ਜਿਹਦੇ ਕਾਰਨ ਜਿਹੜੇ ਸਾਡਾ ਸਮਾਜ ਦਾ ਜਿਹੜਾ ਵਿਕਾਸ ਹੋਣ ਦੀ ਬਜਾਏ ਆਪਾਂ ਨਿਘਾਰ ਵਾਲੇ ਪਾਸੇ ਆ ਰਹੇ ਹਾਂ। ਗੁਰਬਾਣੀ ਟੁੱਟ ਗਏ ਆਪਾਂ, ਡੇਰਾਦਾਰ ਜਿਹੜਾ ਬੜਾ ਪ੍ਰਫੁੱਲਿਤ ਹੋ ਰਿਹਾ, ਰਾਜਨੀਤਿਕ ਜਿਹੜਾ ਉਹਨੂੰ ਪੂਰੀ ਸ਼ਹਿ ਦੇ ਰਿਹਾ, ਉਹਨੂੰ ਪਤਾ ਵੀ ਜਿਹੜਾ ਸਿੱਖ ਹੈ ਉਹ ਮੇਰੀਆਂ ਇਹ ਘੜੇ ਜਿਵੇਂ ਕਹਿੰਦੇ ਘੜੇ ਦੀ ਮੱਛੀ ਹੈ, ਜਦੋਂ ਮਰਜ਼ੀ ਕੱਢ ਕੇ ਵਰਤ ਲਈਏ। ਬਸ ਉਹ ਵੋਟਾਂ ਦਾ ਧਿਆਨ ਰੱਖਣ ਕਰਕੇ ਉਹਨਾਂ ਨੂੰ ਪ੍ਰਫੁੱਲਿਤ ਕਰਦੇ ਨੇ, ਉਹਨੂੰ ਅੱਗੇ ਤੋਰਦੇ ਨੇ। ਜਿਹੜਾ ਸਿੱਖ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜਾ ਬੁਰਾੜੀ ਕਾਂਡ ਹੈ ਗੁਰੂ ਗ੍ਰੰਥ ਸਾਹਿਬ ਦੀ ਪਿੱਛੇ ਕਿਉਂ ਬੇਦਬੀ ਵਾਰ-ਵਾਰ ਹੋਈ ਹੈ, ਉਹਦਾ ਕਾਰਨ ਇਹੋ ਸੀ ਵੀ ਉਹ ਸਿੱਖਾਂ ਨੂੰ ਸਮਝਦੇ ਕੁਝ ਨਹੀਂ ਹੈਗੇ। ਇਸ ਲਈ ਜਿੰਨਾ ਚਿਰ ਆਪਾਂ ਇੱਕ ਵਿੱਚ ਨਹੀਂ ਪਰੋਵਾਂਗੇ, ਗੁਰਬਾਣੀ ਨਹੀਂ ਜੋੜਾਂਗੇ, ਗੁਰਬਾਣੀ ਦੀ ਰੋਸ਼ਨੀ ਸਾਨੂੰ ਗਿਆਨ ਦੇਣਾ, ਗੁਰਬਾਣੀ ਨੇ ਸਾਨੂੰ ਚੇਤੰਨ ਕਰਨਾ, ਕਿਉਂਕਿ ਸਤਿਗੁਰ ਦਾ ਫਰਮਾਨ ਹੈ ਗਿਆਨੀ ਹੋਏ ਸੋ ਚੇਤੰਨ ਹੋਏ। ਜਦੋਂ ਚੇਤਨਤਾ ਆ ਜਾਏਗੀ ਤੇ ਚੰਗੀ ਤਰ੍ਹਾਂ ਮਨੁੱਖ ਸਮਝੇਗਾ ਮੇਰੇ ਫਰਜ਼ ਕੀ ਨੇ, ਮੇਰਾ ਕੌਮੀ ਫਰਜ਼ ਕੀ ਹੈ, ਤੇ ਉਹਦੇ ਅੰਦਰ ਜਿਹੜੇ ਭੇਦ ਭਾਵ ਹੈ ਉਹ ਆਪਣੇ ਆਪ ਮੁੱਕਣੇ ਸ਼ੁਰੂ ਹੋ ਜਾਂਦੇ। ਅਫਸੋਸ ਹੈ, ਦੁੱਖ ਹੈ, ਅਸੀਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਵੀ ਕਹਾਉਂਦੇ ਆ, ਪਰ ਚਾਰ ਸਿੱਖ ਇਕੱਠੇ ਹੋਣ ਬੈਠ ਕੇ ਵਿਚਾਰ ਕਰਨ ਵਾਸਤੇ ਨਹੀਂ ਤਿਆਰ ਹੋਣ, ਵਿਚਾਰ ਕਰਨ ਨੂੰ ਤਿਆਰ ਨਹੀਂ। ਬਿਲਕੁਲ ਬਿਲਕੁਲ ਦਿਲਬਾਗ ਸਿੰਘ ਜੀ, ਬੜੀ ਵਧੀਆ ਗੱਲ ਤੁਸੀਂ ਲੈ ਕੇ ਆਏ ਹੋ। ਸਤਨਾਮ ਸਿੰਘ ਜੀ, ਇਹੀ ਗੱਲ ਮੈਂ ਤੁਹਾਡੇ ਕੋਲ ਲੈ ਕੇ ਆਵਾਂਗਾ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ ਹਰ ਸਿੱਖ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਨਹੀਂ ਆ, ਇਸ ਹੈ ਵੀ ਨੇ, ਪਰ ਤੁਸੀਂ ਕੀ ਸਮਝਦੇ ਹੋ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ ਅਕਾਲ ਤਖਤ ਸਾਹਿਬ ਤੇ ਇਕੱਠੇ, ਕੀ ਸਾਨੂੰ ਇਕੱਠੇ ਹੋਣ ਦਿੱਤਾ ਜਾ ਰਿਹਾ? ਇਹ ਗੱਲ ਦਾ ਜਵਾਬ ਵੀ ਇੱਕ ਹੈਗਾ ਵੀ ਅਸੀਂ ਬੈਠੀਏ ਕਿੱਥੇ, ਬਹਿਣਾ ਅਸੀਂ ਜੇ ਸਮਝਦੇ ਹਾਂ ਵੀ ਸਾਰੀ ਗੱਲ ਅਸੀਂ ਅਕਾਲ ਤਖਤ ਸਾਹਿਬ ਦੇ ਸਿਧਾਂਤ ਹੇਠ ਅਸੀਂ ਉੱਥੇ ਬਹਿਣੀ ਆ, ਤੇ ਕੀ ਅੱਜ ਸਿੱਖ ਨੂੰ ਜਿਹੜਾ ਦਰਦਮੰਦ ਸਿੱਖ ਹੈ ਉਹਨੂੰ ਉੱਥੇ ਬੈਠਣ ਦੀ ਆਗਿਆ ਦਿੱਤੀ ਜਾ ਰਹੀ ਹੈ ਵੀ ਆਓ ਇਕੱਠੇ ਹੋਵੋ, ਅਸੀਂ ਬਹਿ ਕੇ ਕੋਈ ਕੌਮ ਪ੍ਰਤੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨੂੰ ਨਿਭਾਉਣਾ ਕਰੀਏ? ਜੀ ਸਤਨਾਮ ਸਿੰਘ ਜੀ। ਵਾਹਿਗੁਰੂ ਜੀ, ਦੇਖੋ ਗੱਲ ਇਹ ਹੈਗੀ ਆ ਕਿ ਮਤਲਬ ਸਿੱਖ ਕੌਮ ਜਿਹੜੀ ਆ ਇਹਦੇ ਡਾਊਨਫਾਲ ਵਾਸਤੇ ਸਭ ਤੋਂ ਪਹਿਲਾਂ, ਜਿੱਦਾਂ ਆਪਾਂ ਪਹਿਲਾਂ ਵੀ ਪਿਛਲੇ ਵਾਰੀ ਵੀ ਆਪਾਂ ਗੱਲ ਕੀਤੀ ਸੀਗੀ ਕਿ ਇਹਦੀ ਮਰਿਆਦਾ, ਇਹਦੇ ਸਿਸਟਮ ਨੂੰ ਤਹਿਸ ਨਹਿਸ ਕਰ ਦਿਓ, ਆਪੇ ਖਤਮ ਹੋ ਜਾਣਗੇ। ਦੇਖੋ ਕੋਈ ਇਹ ਕਹਿੰਦਾ ਕਿ ਇਹ ਫਲਾਨਾ ਜਿਹੜਾ ਉਹ ਧਰਮ ਜਿਹੜਾ ਉਹ ਉਹਦਾ ਮੂੰਹ ਬਘਿਆੜ ਵਾ ਤੇ ਉਹ ਬੜੇ ਧਰਮਾਂ ਨੂੰ ਨਿਗਲ ਗਿਆ, ਪਰ ਸਿੱਖ ਦੀ ਦਾੜ ਥੱਲੇ ਨਹੀਂ ਆਉਂਦਾ। ਹਾਂਜੀ, ਕੋਈ ਕਹਿੰਦਾ ਵੀ ਅਸੀਂ ਅਰਬਾਂ ਰੁਪਈਆਂ ਦਾ ਲਿਟਰੇਚਰ ਰੋੜ ਦਿੱਤਾ, ਪਰ ਇਹਦੀਆਂ ਨੀਹਾਂ ਇੰਨੀਆਂ ਮਜ਼ਬੂਤ ਨੇ, ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਏ ਤੇ ਅਸੀਂ ਇਹਨੂੰ ਮਲੀਆਮੇਟ ਨਹੀਂ ਕਰ ਸਕੇ। ਕੋਈ ਹੋਰ ਵਿਚਾਰਧਾਰਾ ਹੁੰਦੀ ਇਹਦੇ ਚ ਰੁਕਣੀ ਮਲੀਆਮੇਟ ਕਰ ਦਿੰਦੇ। ਕੋਈ ਕੁਝ ਹੋਰ ਕਹਿੰਦਾ ਇਸ ਵਿਚਾਰਧਾਰਾ ਬਾਰੇ। ਹੁਣ ਉਹਨਾਂ ਦੇ ਮਤਲਬ ਜਿਹੜੀ ਹੁਣ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦੀ ਗੱਲ ਆ, ਆਪਾਂ ਗੱਲ ਕਰਦੇ ਹਾਂ ਵੀ ਅਕਾਲ ਤਖਤ ਸਾਡੇ ਹਿਰਦੇ ਵਿੱਚ ਹੈ, ਇੱਕ ਮਰਿਆਦਾ ਵਾ, ਇੱਕ ਸਿਸਟਮ ਹੈ, ਸਾਰੇ ਗੱਲਾਂ ਆਪਾਂ ਕਰਦੇ ਹਾਂ। ਹੁਣ ਜਿਹੜੇ ਵੀ ਵਿਰੋਧੀ ਅੰਸਰ ਨੇ, ਜਿਹੜੇ ਢਾਹ ਲਾਉਣਾ ਚਾਹੁੰਦੇ ਨੇ, ਉਹਨਾਂ ਨੇ ਸੰਸਥਾ ਨੂੰ ਕਮਜ਼ੋਰ ਕਰ ਦਿੱਤਾ ਹੈ, ਔਰ ਇਹੋ ਜਿਹੇ ਕੰਮ ਕਰਵਾ ਲਏ ਗਏ, ਕੁਝ ਵਿਰੋਧੀ ਅੰਸਰਾਂ ਨੇ ਕਰ ਲਏ, ਕੁਝ ਸਾਡੀਆਂ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਸੀ, ਸਾਡੇ ਜੀਵਨ ਦੇ ਅੰਦਰ ਬਾਣੀ ਦੀ ਘਾਟ ਸੀ, ਸਾਡੇ ਲੀਡਰਸ਼ਿਪ ਦੇ ਅੰਦਰ ਅਸੀਂ ਕਰ ਲਏ। ਹਾਂਜੀ, ਹੁਣ ਅਕਾਲ ਤਖਤ ਸਾਹਿਬ ਜਿੱਦਾਂ ਨਾ ਵੀ ਧਰਮ ਜਿਹੜਾ ਵਾ, ਦਿਲਬਾਗ ਸਿੰਘ ਜੀ ਕਹਿੰਦੇ ਆ ਧਰਮ ਤੇ ਰਾਜਨੀਤੀ, ਧਰਮ ਜਿਹੜਾ ਵਾ ਉਹ ਪੱਗ ਵਾ ਤੇ ਰਾਜਨੀਤੀ ਜਿਹੜੀ ਆ ਉਹ ਪੈਰ ਆ, ਹੋ ਉਲਟ ਗਿਆ। ਧਰਮ ਜਿਹੜਾ ਵਾ ਉਹ ਥੱਲੇ ਆ ਗਿਆ, ਰਾਜਨੀਤੀ ਉੱਪਰ ਆ ਗਈ। ਤੇ ਜਥੇਦਾਰ ਅਕਾਲ ਤਖਤ, ਜਿਹਨੂੰ ਅਸੀਂ ਸੁਪਰੀਮ ਕੋਰਟ ਕਹਿੰਦੇ ਆ, ਜਿਹਨੂੰ ਅਸੀਂ ਆਪਣਾ ਸੁਪਰੀਮੋ ਕਹਿੰਦੇ ਆ, ਜਿੱਥੇ ਬਹਿ ਕੇ ਜੋ ਪੰਥ ਫੈਸਲੇ ਕਰਦਾ, ਉਹਦੀ ਮਤਲਬ ਅਕਾਲ ਤਖਤ ਦਾ ਜਥੇਦਾਰ ਉਹਨੂੰ ਇੰਪਲੀਮੈਂਟ ਤਗੜਾ ਹੋ ਕੇ ਕਰਾਉਂਦਾ ਪੰਥ ਦੇ ਵਿੱਚ। ਉਹ ਜਦੋਂ ਖੁਦ ਫਾਲਣ ਹੋਣ ਲੱਗ ਪਿਆ, ਰਾਜਨੀਤੀ ਦੇ ਅੱਗੇ ਕਟਹਿਰੇ ਵਿੱਚ ਆ ਕੇ ਖੜਾ ਹੋਣ ਲੱਗ ਪਿਆ, ਉਹ ਸਤਿਕਾਰ ਘਟ ਗਿਆ, ਉਹ ਅਹੁਦੇ ਦਾ, ਉਹ ਭਾਵਨਾਵਾਂ ਖਤਮ ਹੋ ਗਈਆਂ। ਤੇ ਲੋਕਾਂ ਦੇ ਜਿਹਨਾਂ ਦਿਲਾਂ ਵਿੱਚੋਂ ਅਕਾਲ ਤਖਤ ਕੱਢੋ, ਉਹ ਦਿਲਾਂ ਵਿੱਚੋਂ ਅਕਾਲ ਤਖਤ ਕੱਢਣ ਦੇ ਜਿਹੜੇ ਉਪਰਾਲੇ ਆ ਉਹ ਕਾਮਯਾਬ ਹੋ ਗਏ। ਇੱਕ ਉਸ ਢੰਗ ਨਾਲ ਵੀ, ਇੱਕ ਜਿਹੜਾ ਵਿਅਕਤੀਵਾਦ, ਗੁਰੂਡਮ, ਡੇਰਾਵਾਦ, ਉਹਦੇ ਕਾਰਨ ਵੀ। ਔਰ ਉਸ ਤੋਂ ਬਾਅਦ ਕੋਈ ਯੋਗ ਲੀਡਰ ਜਿਹੜਾ ਅਗਵਾਈ ਦੇ ਸਕੇ, ਉਹਨੂੰ ਉੱਠਣ ਹੀ ਨਹੀਂ ਦਿੱਤਾ ਜਾਂਦਾ ਕਿ ਉਹ ਸਰ ਪ੍ਰਵਾਨਿਤ ਹੋ ਜਾਏਗਾ, ਕਬੂਲ ਹੋ ਜਾਏਗਾ, ਸਾਨੂੰ ਕੌਣ ਪੁੱਛੇਗਾ। ਜਦੋਂ ਉਹਦਾ ਕਾਰਨ ਇਹੀ ਆ ਕਿ ਸਾਡੇ ਅੰਦਰ ਗੁਰਬਾਣੀ ਦਾ ਸੰਚਾਰ ਨਹੀਂ, ਸਿਰਫ ਸਾਡਾ ਦਿਖਾਵਾ ਵਾ, ਜਿਨ ਮਨ ਹੋਰ ਮੁੱਖ ਹੋਰ, ਕਾਂਢੇ ਕੱਚੇ ਆ ਨਾ। ਪਰ ਅਸੀਂ ਵੀ ਲੋਕ ਜਿਹੜੇ ਆ ਉਹ ਕੱਚਿਆਂ ਨੂੰ ਪਾਸੇ ਨਹੀਂ ਕਰ ਸਕੇ।
ਸਾਡੀਆਂ ਵੀ ਕਮਜ਼ੋਰੀਆਂ ਨੇ, ਸਾਨੂੰ ਵੀ ਲਾਲਚ ਨੇ ਉਹਨਾਂ ਲੋਕਾਂ ਦੇ ਕੋਲੋਂ, ਹੈ ਨਾ। ਬਾਕੀ ਵੀਰ ਜੀ ਮਾਫੀ ਦੇਣਾ, ਮੈਂ ਬੜੇ ਸੰਖੇਪ ਵਿੱਚ ਬਿਨਾਂ ਵਿਆਖਿਆ ਦੇ ਕੁਝ ਕੁ ਕਾਰਨ ਦਾ ਸੰਗ੍ਰਹਿ ਜਿਹੜਾ ਮੈਂ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਹਾਂ, ਤੁਹਾਡੇ ਆਪਣੇ ਮਾਧਿਅਮ ਰਾਹੀਂ, ਕਿ ਇੱਕ ਤਾਂ ਮੈਂ ਮਹਿਸੂਸ ਕਰਦਾ ਕਿ ਧਰਮ ਪ੍ਰਤੀ ਜਾਣਕਾਰੀ ਦੀ ਵੀ ਘਾਟ ਹੈ, ਔਰ ਜਿਹੜੇ ਕਰਮਕਾਂਡੀ ਚਮਤਕਾਰ ਦੀਆਂ ਸਾਖੀਆਂ ਤੇ ਬਹੁਤ ਜ਼ੋਰ ਦਿੰਦੇ ਆ ਸਾਡੇ ਪ੍ਰਚਾਰਕ, ਹਾਂਜੀ, ਉਹ ਵੀ ਸਾਨੂੰ ਡਾਊਨਫਾਲ ਵੱਲ ਜਾਂਦੇ ਆ। ਗੁਰਮਤਿ ਅਨੁਸਾਰੀ ਜਿਹੜੀਆਂ ਸ਼ਖਸੀਅਤਾਂ ਨੇ, ਜਿੱਦਾਂ ਪੁਰਾਤਨ ਪਰਸਨੈਲਿਟੀਜ਼ ਹੁੰਦੀਆਂ ਸੀ, ਦਿੱਖ ਜਿਹਨੂੰ ਸਾਰੇ ਸਰ ਪ੍ਰਮਾਣਿਤ ਕਰ ਲੈਂਦੇ ਸੀ, ਉਹਨਾਂ ਦੀ ਵੀ ਘਾਟ ਹੈ। ਔਰ ਜਿਹੜਾ ਰਾਜਨੀਤਿਕ ਦਬਦਬਾ ਦੀ ਜਿਹੜੀ ਰੰਗਤ ਵਾਲੇ ਰੋਲ ਮਾਡਲ ਹੈ ਨਾ, ਤੇ ਉਹ ਵੀ ਕਾਰਨ ਹੈ। ਮਾਪੇ ਵੀ ਧਰਮ ਦੀ ਜਾਣਕਾਰੀ ਤੋਂ ਕੋਰੇ ਆ, ਖੁਦ ਬੱਚਿਆਂ ਦੇ ਕੇਸ ਕਤਲ ਕਰਾਉਂਦੇ ਆ, ਖੁਦ ਬੱਚਿਆਂ ਨੂੰ ਚੰਗੇ ਪਾਸੇ ਜਾਣ ਤੋਂ ਰੋਕਦੇ ਆ, ਇਹ ਸੱਚ ਹੈ। ਔਰ ਵਿਦਿਅਕ ਅਦਾਰਿਆਂ ਵਿੱਚ ਵੀ ਧਰਮ ਦੀ ਪੜ੍ਹਾਈ ਦਾ ਪ੍ਰਬੰਧ ਨਹੀਂ ਹੈਗਾ, ਤੇ ਜੇ ਹੈਗਾ ਵੀ ਆ ਤੇ ਮਿਆਰੀ ਨਹੀਂ ਹੈ, ਖਾਨਾ ਪੂਰਤੀ ਹੈ। ਜੇ ਕਿਤੇ ਕੋਈ ਡਿਵਿਨਿਟੀ ਟੀਚਰ ਰੱਖਿਆ ਵੀ ਜਾਂਦਾ ਤੇ ਉਹਨੂੰ ਉਹ ਡਾਕੀਏ ਦਾ ਕੰਮ ਲੈਂਦੇ ਨੇ, ਵੀ ਚੱਲ ਬਾਕੀ ਸਬਜੈਕਟ ਇੰਪੋਰਟੈਂਟ ਨੇ, ਤੂੰ ਡੀਓ ਦਫ਼ਤਰ ਜਾਇਆ, ਤੂੰ ਉੱਥੇ ਜਾਇਆ, ਤੂੰ ਫਲਾਨਾ ਕੰਮ ਕਰਾ ਦੇ, ਢੀਂਗਰਾ ਕੰਮ ਕਰਾ ਦੇ। ਸੋ ਜਿਹੜੇ ਸ਼ਹਿਰੀ ਗੁਰਦੁਆਰੇ ਆ, ਉਹਨਾਂ ਦਾ ਵੀ ਜਿਹੜਾ ਬਿਲਕੁਲ ਸਤਨਾਮ ਸਿੰਘ ਜੀ, ਇੱਕ ਹੋਰ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਥੋੜਾ ਆਪਣਾ ਜਿਹੜਾ ਤੁਹਾਡਾ ਫੇਸ ਨਹੀਂ ਪੂਰਾ ਆ ਰਿਹਾ, ਤੁਸੀਂ ਸਾਹਮਣੇ ਦੇਖ ਸਕਦੇ ਹੋ, ਥੋੜਾ ਜਿਹਾ ਤੁਹਾਡੀ ਦਸਤਾਰ ਕੱਟੀ ਜਾਂਦੀ, ਅੱਖਾਂ ਵੀ ਕੱਟੀਆਂ ਜਾਂਦੀਆਂ ਨੇ, ਇਹ ਜ਼ਰੂਰ ਦੇਖੋ। ਅੱਗੇ ਨਾ ਆਓ, ਸਿਰਫ ਆਪਣੇ ਕੈਮਰੇ ਵੱਲ ਜ਼ਰੂਰ ਦੇਖੋ। ਹਾਂ, ਬਿਲਕੁਲ ਦੇਖਣਾ ਤੁਸੀਂ। ਡਾਕਟਰ ਜਸਪਾਲ ਸਿੰਘ ਜੀ, ਬੇਨਤੀ ਹੈ ਵੀ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਨਾ, ਲੇਕਿਨ ਅਸੀਂ ਜਿਹੜਾ ਇਹਦੇ ਹੱਲ ਵੱਲ ਕਿਵੇਂ ਜਾਣਾ, ਕਿਉਂਕਿ ਪਤਾ ਦਰਦਮੰਦ ਸਿੱਖਾਂ ਸਾਰਿਆਂ ਨੂੰ ਪਤਾ ਵੀ ਅਸੀਂ ਧਾਰਮਿਕ ਰਸਮਾਂ ਦੇ ਵਿੱਚ ਬਹੁਤ ਵੱਡੇ ਸਮਾਗਮ ਆਪਾਂ ਬਾਰ-ਬਾਰ ਕਹਿੰਦੇ ਆ, ਲੇਕਿਨ ਜਿਨ੍ਹਾਂ ਨੇ ਕਰਾਉਣੇ ਆ ਉਹਨਾਂ ਨੇ ਆਪਣਾ ਕਾਰਜ ਕਰਨਾ, ਪਰ ਜਿਹੜੇ ਸੁਹਿਰਦ ਸਿੱਖ ਨੇ ਉਹਨਾਂ ਨੇ ਜਿਹੜੀ ਜਾਗਰਤੀ ਲਿਆਉਣੀ ਸੀ ਘਰ ਘਰ ਜਾ ਕੇ, ਉਹਦੇ ਵਿੱਚ ਅਸੀਂ, ਕਿਉਂਕਿ ਸਾਡੀਆਂ ਲੋੜਾਂ ਨੇ, ਜਿਹੜੇ ਕਿਰਤੀਬੰਦ ਸਿੱਖ ਨੇ ਉਹਨਾਂ ਨੇ ਕਿਰਤ ਵੀ ਕਰਨੀ ਆ, ਪ੍ਰਭਾਵ ਵੀ ਪਾਲਣਾ, ਸਾਡੇ ਕੋਈ ਏਡਾ ਵੱਡਾ ਫੰਡ ਵੀ ਹੈ ਨਹੀਂ ਆ ਵੀ ਅਸੀਂ ਆਪਣੇ ਪ੍ਰਚਾਰਕ ਲਾ ਦਈਏ ਉਹ ਜਾ ਕੇ ਪਿੰਡਾਂ ਵਿੱਚ ਥਾਂ ਜਾ ਕੇ ਗੁਰਮਤਿ ਦੇ ਸਿਧਾਂਤਾਂ ਨੂੰ ਆਪਣਾ ਪ੍ਰਚਾਰਨ। ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਜਿਹੜਾ ਇਹ ਘੱਲੂਘਾਰੇ ਵਾਪਰੇ ਨੇ, ਅਸੀਂ ਉਹਦੇ ਵਿੱਚੋਂ ਨਿਕਲ ਕੇ, ਪਰ ਅੱਜ ਜਿਹੜਾ ਚੌਥਾ ਘੱਲੂਘਾਰਾ ਜਿਹੜਾ ਨਸ਼ਿਆਂ ਦੇ ਰੂਪ ਵਿੱਚ, ਤੇਰਾਵਾਦ ਦੇ ਰੂਪ ਵਿੱਚ, ਜਿਨ੍ਹਾਂ ਨੇ ਗੁਰੂ ਨਾਨਕ ਦੇ ਨਿਰਮਲ ਪੰਥ ਤੋਂ ਸਾਨੂੰ ਪਰੇ ਕਰਕੇ ਸਿੱਖੀ ਦੇ ਵਿੱਚ ਜਿਹੜਾ ਨਿਗਾਰ ਲੈ ਆਉਂਦਾ, ਇਹਦੇ ਵਿੱਚੋਂ ਅਸੀਂ ਕਿਵੇਂ ਨਿਕਲ ਸਕਦੇ ਹਾਂ? ਮਸਲਾ ਸਾਡਾ ਇਹ ਹੁਣ ਸਾਡਾ ਜ਼ੋਰ ਹੋਊਗਾ ਕਿ ਅਸੀਂ ਕੀ ਕਰੀਏ ਜਿਹੜੀ ਇਹ ਸਿੱਖੀ ਦੇ ਸਿਧਾਂਤਾਂ ਤੇ ਚੱਲ ਕੇ ਅਸੀਂ ਸਿੱਖੀ ਨੂੰ ਤਾਂ ਤੱਕ ਉਚਾਈ ਤੱਕ ਲੈ ਜਾ ਸਕੀਏ। ਜੀ ਵੀਰ ਗੁਰਵਿੰਦਰ ਸਿੰਘ ਜੀ, ਤੁਸੀਂ ਬਹੁਤ ਸੋਹਣਾ ਜਿਹੜਾ ਉਹ ਵਰਤਿਆ ਹੈ, ਚੌਥਾ ਘੱਲੂਘਾਰਾ। 3 ਘੱਲੂਘਾਰੇ ਜਿਹੜੇ ਸਾਡੇ ਉੱਤੇ ਬਾਹਰੋਂ ਹੋਏ ਨੇ, ਨਾਲ ਸਾਡਾ ਬਾਹਰੀ ਤੌਰ ਦੇ ਉੱਤੇ, ਕੌਮੀ ਪੱਧਰ ਦੇ ਉੱਤੇ ਬੜਾ ਵੱਡਾ ਹਾਲ ਹੋਇਆ। ਪਰ ਆ ਜਿਹੜਾ ਚੌਥਾ ਘੱਲੂਘਾਰਾ ਤੁਸੀਂ ਕਿਹਾ, ਅਸਲ ਦੇ ਅੰਦਰ ਚੌਥਾ ਘੱਲੂਘਾਰਾ ਸਾਡੇ ਵਾਸਤੇ ਇਹਨਾਂ ਤੋਂ ਵੀ ਜ਼ਿਆਦਾ ਮਾਰੂ ਹੈ, ਕਿਉਂਕਿ ਉਹ ਪਹਿਲੇ 3 ਘੱਲੂਘਾਰੇ ਜਿਹੜੇ ਉਹ ਸਾਡੇ ਉੱਤੇ ਸਰੀਰਕ ਤੌਰ ਦੇ ਉੱਤੇ ਹਮਲੇ ਨੇ, ਤੇ ਬਾਹਰੋਂ ਸਿੱਖ ਕਦੀ ਮੁਕਰਾ ਨਹੀਂ ਹੈ। ਜਿਨ੍ਹਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ, ਜਿਉਂਦਿਆਂ ਸਿੱਖਾਂ ਦੇ ਮੁੱਲ ਰੱਖੇ, ਕਾਨੂੰਨ ਦੇ ਵਿਰੁੱਧ ਗਰਦਾਨੇ, ਹਰ ਤਰ੍ਹਾਂ ਦਾ ਜ਼ੁਲਮ ਕੀਤਾ। ਸਿੱਖੀ ਵਿਚਾਰਧਾਰਾ ਇੰਨੀ ਪਰਪੱਕ ਸੀ, ਗੁਰੂ ਸਾਹਿਬ ਦੇ ਮਗਰ ਐਫਰਟਸ ਸਨ, ਏਡੀ ਵੱਡੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਕਤ ਬਖਸ਼ੀ ਹੋਈ ਪੰਥ ਨੂੰ ਕਿ ਉਹ ਉਸ ਵੇਲੇ ਵਿਖੜੇ ਸਮਿਆਂ ਵਿੱਚੋਂ ਵੀ ਜਿਹੜਾ ਉਹ ਨਿਕਲ ਗਏ। ਪਰ ਹੁਣ ਜਿਹੜਾ ਸਮਾਂ ਇਹ ਮਾਇਆ ਪਦਾਰਥਵਾਦੀ ਸਮਾਂ, ਇਹ ਕੂੜ ਤੇ ਕਪਟ ਦਾ ਜਿਹੜਾ ਉਸ ਜਿਹੜੇ ਵਿੱਚ ਸਾਨੂੰ ਜਿਹੜਾ ਇੱਕ ਨਾਲ ਕਹਿ ਲਈਏ, ਜੇ ਚੱਲ ਰਹੀ ਹਨੇਰੀ ਦੇ ਅੰਦਰ ਜਿਹੜੇ ਕਮਜ਼ੋਰ ਨੇ ਵਿਖੜ ਜਾਂਦੇ, ਪਰ ਜਿਹੜੇ ਤਕੜੇ ਹੁੰਦੇ ਨੇ ਉਹ ਆਪਣੇ ਆਪ ਬੰਦੇ ਨੇ। ਆ ਜਿਹੜਾ ਚੌਥਾ ਘੱਲੂਘਾਰਾ ਹੈ, ਇਹਦੇ ਵਿੱਚ ਸਾਨੂੰ ਇੱਕ ਤਰੀਕੇ ਦੇ ਨਾਲ ਤਗੜੇ ਹੋਣਾ ਪਏਗਾ। ਤਗੜੇ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਸਾਡੇ ਕੇਂਦਰੀ ਪੱਧਰ ਦੇ ਉੱਤੇ ਕੋਈ ਇਹੋ ਜਿਹੇ ਸੁਚੱਜੇ ਠੋਸ ਉਪਰਾਲੇ, ਜਿਹਦੇ ਨਾਲ ਸਾਡੀ ਜਿਹੜੀ ਦਿਸ਼ਾ ਹੈ, ਪਹਿਲਾਂ ਜਿੱਦਾਂ ਤੁਸੀਂ ਇੱਕ ਗੱਲ ਕਹੀ ਹੈ ਵੀ ਅਸੀਂ ਦਿਸ਼ਾ ਹੀ ਹਾਂ, ਆਪਣੇ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰਦਾ, ਪਰ ਉਹ ਕੋਸ਼ਿਸ਼ਾਂ ਜਿਹੜੀਆਂ ਉਸ ਪੱਧਰ ਦੀਆਂ ਨਹੀਂ ਨੇ। ਸਾਨੂੰ ਸਭ ਤੋਂ ਵੱਡੀ ਲੋੜ ਜਿਹੜੀ ਹੈ, ਜਿਵੇਂ ਗੁਰੂ ਸਾਹਿਬ ਨੇ ਸੰਗਤੀ ਪੱਧਰ ਤੇ ਇੱਕ ਐਸੀ ਜਥੇਬੰਦੀ ਸੋਚ, ਜਥੇਬੰਦੀ ਕੱਢੀ, ਇਸੇ ਤਰੀਕੇ ਸਾਰੀਆਂ ਸੰਸਥਾਵਾਂ ਨੂੰ, ਸੰਪਰਦਾਵਾਂ ਨੂੰ ਇੱਕ ਇਕੱਠੇ ਕਰਕੇ ਇੱਕ ਇਹੋ ਜਿਹੀ ਸੈਂਟਰਲ ਬਾਡੀ ਜਿਹਨੂੰ ਅਸੀਂ ਕਹਿੰਦੇ ਆ, ਜਿਹਦੇ ਵਿੱਚ ਸਮੁੱਚਾ ਪੰਥ ਜਿਹੜਾ ਉਹਨੂੰ ਨੁਮਾਇੰਦਗੀ ਮਿਲੇ, ਸਮੁੱਚੇ ਨੂੰ ਇੱਕ ਸੇਧ ਮਿਲੇ। ਜਿਵੇਂ ਵੀਰ ਜੀ ਨੇ ਆਖਿਆ ਵੀ ਅਕਾਲ ਤਖਤ ਸਾਹਿਬ ਜੀ
ਬੰਦੀ ਹੈ, ਹਰ ਸਿੱਖ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੋਇਆ ਹੈ ਤੇ ਜ਼ਰੂਰਤ ਇਸ ਗੱਲ ਦੀ ਹੈ ਵੀ ਉੱਥੋਂ ਕੋਈ ਇਹੋ ਜਿਹੀ ਸੇਧ ਵੀ ਮਿਲੇ, ਚੈਨਲਾਈਜ਼ਡ, ਜਿੱਦਾਂ ਤੁਸੀਂ ਕਹਿੰਦੇ ਆ ਨਾ, ਇੱਕ ਹੋਵੇ ਤੇ ਉਹ ਗੱਲ ਅਖੀਰ ਤੱਕ ਜਾ ਤੇ ਸਾਰੇ ਹੁਣ ਕੀ ਹੈ, ਬੰਦਾ ਤਾਂ ਕੋਈ ਗੱਲ ਕਰਦਾ, ਦੂਜੀ ਸਟੇਜ ਦੇ ਉੱਤੇ ਬੰਦਾ ਦੂਜੀ ਗੱਲ ਕਰ ਦਿੰਦਾ, ਇੱਕ ਬੰਦਾ ਇੱਕ ਪੁਸਤਕ ਪੜ੍ਹ ਕੇ ਇੱਕ ਗੱਲ ਕਹਿ ਦਿੰਦਾ, ਜਾਂ ਬੰਦਾ ਦੂਜੀ ਪੁਸਤਕ ਗੱਲ ਕਹਿ ਦਿੰਦਾ, ਉਹ ਜਿਵੇਂ ਨਾ ਗੱਲ ਖਿਲਰੀ ਦੀ ਪਈ ਹੈ, ਖਿਲਰੀ ਪਈ ਚੀਜ਼ ਵਿੱਚ ਵੀ ਵੱਡੀ ਪ੍ਰਾਪਤੀ। ਉਸ ਕਰਕੇ ਗੁਰੂ ਮਹਾਰਾਜ ਨੇ ਮੰਜੀਆਂ ਪੈਦਾ ਕੀਤੀਆਂ, 22 ਮੰਜੀਆਂ ਛਾਪੀਆਂ, ਸਿਸਟਮ ਪੈਦਾ ਕੀਤਾ, ਧੂੰਏ ਥਾਪੇ, ਇੰਨੇ ਕੋਸ਼ਿਸ਼ ਕੀਤੀਆਂ, ਇੰਨੇ ਉਪਰਾਲੇ ਕੀਤੇ। ਗੁਰੂ ਸਾਹਿਬ ਦੇ ਕੋਲ ਇੱਕ ਬੜੀ ਵੱਡੀ ਇੱਛਾ ਸ਼ਕਤੀ ਸੀ, ਉਹਨਾਂ ਦੇ ਕੋਲ ਇੱਕ ਇਹੋ ਜਿਹਾ ਐਟੀਟਿਊਡ ਸੀ। ਸਾਡੇ ਕੋਲ ਉਹ ਐਟੀਟਿਊਡ ਨਹੀਂ ਰਿਹਾ ਵੀ ਅਸੀਂ ਆਪਣੀ ਕੌਮ ਦੀਆਂ ਇਹਨਾਂ ਮੁੱਦਿਆਂ ਦਾ, ਇਹਨਾਂ ਦਾ ਹੱਲ ਜਿਹੜਾ ਉਹ ਕੱਢਣਾ। ਸਾਡੀ ਇੱਛਾ ਸ਼ਕਤੀ ਕਿਸੇ ਹੋਰ ਪਾਸੇ ਜਾ ਰਹੀ ਹੈ, ਸਾਡੀ ਮਿਹਨਤ ਕਿਸੇ ਹੋਰ ਪਾਸੇ ਜਾ ਰਹੀ ਹੈ। ਡਾਕਟਰ ਸਾਹਿਬ, ਇਹੀ ਕਾਰਨ ਹੈ, ਇਹੀ ਕਾਰਨ ਹੈ ਗੁਰੂ ਕੇ ਸਿੱਖੋ ਕਿ ਸਾਡਾ ਕਿਰਦਾਰ ਜਿਹੜਾ ਨਾ, ਅਸੀਂ ਸਿੱਖੀ ਦੇ ਦਾਇਰੇ ਵਿੱਚ ਵੀ ਰਹਿ ਕੇ ਆਪਣਾ ਉਹ ਵੀ ਕੰਮ ਕਰਨਾ ਚਾਹੁੰਦੇ ਹਾਂ, ਪਰ ਜਿਹੜੀ ਲਾਲਚ ਵਾਲੀ ਬਿਰਤੀ ਹੈ ਸਾਡੀ, ਅਸੀਂ ਉਧਰ ਵੀ ਸਾਂਝ ਪਾਈ ਬੈਠੇ ਹਾਂ। ਅਸੀਂ ਗੁਰੂ ਦੇ ਸਿੱਖ ਵੀ ਅਖਵਾਉਣਾ ਚਾਹੁੰਦੇ ਹਾਂ, ਪਰ ਗਰਜਾਂ ਕਰਕੇ ਅਸੀਂ ਕਿਸੇ ਹੋਰ ਨਾਲ ਜੁੜੇ ਹਾਂ, ਅਸੀਂ ਨੁਕਸਾਨ ਵੀ ਕਰ ਰਹੇ ਹਾਂ, ਸਾਨੂੰ ਪਤਾ ਨਹੀਂ ਚੱਲ ਰਿਹਾ। ਉਹ ਘੱਟੋ ਘੱਟ ਚੇਤੇ ਰੱਖਿਓ, ਅਸੀਂ ਉਹ ਰੋਲ ਨਾ ਨਿਭਾਈਏ ਜੇ ਰੋਲ ਨਿਭਾਉਣ ਦੇ ਨਾਲ ਜਿਹੜਾ ਇੱਥੇ ਵੀ ਮੁੱਖ ਕਾਲਾ ਤੇ ਜਾਣ ਤੋਂ ਬਾਅਦ ਵੀ ਇਹੀ ਕੁਝ ਹੋਵੇ। ਇਸ ਕਰਕੇ ਸਾਨੂੰ ਥੋੜਾ ਜਿਹਾ ਨਾ ਅਕਲ ਦੇ ਬਲ ਸਾਨੂੰ ਪੈਰ ਰੱਖਣਾ ਪਵੇਗਾ, ਔਰ ਅਕਲ ਸਾਨੂੰ ਗੁਰੂ ਕੋਲ ਮਿਲਣੀ ਹੈ, ਉਹ ਸਾਡੇ ਪਾਸ ਨਹੀਂ ਹੈ। ਥੋਥੀਆਂ ਗੱਲਾਂ ਸਾਡੇ ਕੋਲ ਬਹੁਤ ਨੇ, ਜਿੰਨੀਆਂ ਮਰਜ਼ੀ ਖੜੇ ਹੋ ਕੇ ਕਰਾ ਲਓ, ਕਿਸੇ ਦੀ ਬਦਖੋਈ ਕਰਾ ਲਿਓ, ਕਿਸੇ ਦੂਜੀ ਪਾਰਟੀ ਦੇ ਪ੍ਰਤੀ ਸਾਡੇ ਕੋਲ ਬੋਲ ਕਬੋਲ ਬੁਲਾ ਲਓ, ਪਰ ਜਦੋਂ ਗੁਰਬਾਣੀ ਦੀ ਗੱਲ ਹੁੰਦੀ, ਇਹੋ ਜਿਹੇ ਨੂੰ ਪੁੱਛ ਲਓ, ਉਹਨਾਂ ਦੇ ਇੱਕ ਅੱਖਰ ਵੀ ਨਹੀਂ ਆਉਂਦਾ ਇਹਨਾਂ ਨੂੰ, ਉਂਝ ਕੋਸਦੇ ਸਾਰਿਆਂ ਨੂੰ। ਮੈਂ ਜਿਹੜੀ ਦਿਲਬਾਗ ਸਿੰਘ ਦੀ ਬੇਨਤੀ ਕਰ ਰਿਹਾ ਕਿ ਡਾਕਟਰ ਜਸਪਾਲ ਵੀਰ ਸਿੰਘ ਹੋਰਾਂ ਨੇ ਸੰਸਥਾਵਾਂ ਦੀ ਜਥੇਬੰਦੀਆਂ ਦੀ ਗੱਲ ਕੀਤੀ ਹੈ, ਪਰ ਤੁਸੀਂ ਇਸ ਗੱਲ ਦੀ ਥੋੜ੍ਹੀ ਜਿਹੀ ਵਿਸਥਾਰ ਨਾਲ ਇੱਕ ਜਾਣਕਾਰੀ ਦੇਵੋ ਭਾਈ ਉਹ ਸੰਸਥਾ ਜਾਂ ਉਹ ਜਥੇਬੰਦੀ ਨੂੰ ਅਸੀਂ ਇੱਕ ਗੱਲ ਵੱਲੋਂ ਇੱਕ ਬੇਨਤੀ ਕਰ ਸਕਦੇ ਹਾਂ ਕਿ ਭਾਈ ਜੇ ਸਿੱਖੀ ਸਿਧਾਂਤਾਂ ਨੂੰ ਤੁਸੀਂ ਅਪਣਾਉਣਾ ਹੀ ਨਹੀਂ, ਉਸ ਅਨੁਸਾਰੀ ਕੰਮ ਹੀ ਨਹੀਂ ਕਰਨਾ ਜੋ ਗੁਰੂ ਨੇ ਸਾਨੂੰ ਪੂਰਨੇ ਪਾਏ ਨੇ, ਤੇ ਫਿਰ ਕਾਹਦੇ ਅਸੀਂ ਸਿੱਖ ਹਾਂ ਤੇ ਕਾਹਦੀ ਸਿੱਖੀ ਆ? ਫਿਰ ਤੇ ਕਹਾਣੀ ਖਤਮ ਆ ਨਾ। ਫਿਰ ਤੇ ਜ਼ੋਰ ਅਸੀਂ ਦੇਈ ਜਾ ਰਹੇ ਹਾਂ ਤੇ ਸਾਰੇ ਆਹ ਕਾਰਜ ਕੀਤਾ ਜੀ, ਅਸੀਂ ਆਹ ਕਾਰਜ ਕਰ ਰਹੇ ਹਾਂ, ਪਰ ਜੇ ਉਹ ਕਾਰਜ ਦਾ ਬੇਸ ਹੀ ਸ਼ਬਦ ਗੁਰੂ ਨਹੀਂ ਆ, ਗੁਰਬਾਣੀ ਨਹੀਂ ਆ। ਹੁਣ ਜਿਵੇਂ ਭਾਈ ਲਹਿਣਾ ਜੀ ਵਰਗੇ ਆਉਂਦੇ ਨੇ ਔਰ ਗੁਰੂ ਦਾ ਪਿਆਰ ਪਾ ਲੈਂਦੇ ਨੇ ਔਰ ਸਤਿਗੁਰੂ ਗਲਵਕੜੀ 'ਚ ਲੈ ਕੇ ਉਹਨੂੰ ਮਾਣ ਦਿੰਦੇ ਨੇ, ਸਾਡੇ ਦੂਸਰੇ ਜਾਮੇ ਵਿੱਚ ਗੁਰੂ ਨਾਨਕ ਦੀ ਅਗਵਾਈ ਕਰਦੇ ਨੇ, ਪਰ ਉੱਥੇ ਸ਼੍ਰੀ ਚੰਦ ਵਰਗੇ ਨੇ ਜਾਂ ਹੋਰ ਵਰਗੇ ਨੇ, ਉਹ ਕੋਲ ਰਹਿ ਕੇ ਵੀ ਗੁਰੂ ਦਾ ਪਿਆਰ ਤੇ ਸਤਿਕਾਰ ਨਹੀਂ ਪਾ ਸਕਦੇ। ਕਿਤੇ ਐਸਾ ਤੇ ਨਹੀਂ ਅਸੀਂ ਕਹਿਣ ਨੂੰ ਬੜੇ ਨੇੜੇ ਆ, ਪਰ ਰੋਲ ਸਾਡਾ ਜਿਹੜਾ ਹੈ ਉਹ ਭਾਈ ਲਹਿਣਾ ਜੀ ਵਰਗਾ ਨਹੀਂ ਬਣ ਸਕਿਆ ਜੀ। ਹਾਂਜੀ ਵੀਰ ਜੀ, ਇੱਕ ਮੈਂ ਬੇਨਤੀ ਤੇ ਕਰਾਂਗਾ ਕਿ ਜੀ ਬੇਸ਼ੱਕ ਜਿਹੜੇ ਆਪਾਂ ਅਜੋਕੇ ਹਾਲਾਤ ਵੇਖਦੇ ਹਾਂ, ਉਹ ਇਹਨਾਂ ਹਾਲਾਤਾਂ ਨੂੰ ਵੇਖ ਕੇ ਆਪਾਂ ਘਬਰਾਈਏ ਨਾ ਕਦੇ, ਕਿਉਂਕਿ ਜਦੋਂ ਘਬਰਾ ਜਾਂਦੇ ਆ ਤੇ ਸਾਡੇ ਜਿਹੜੇ ਕੰਮ ਕਰਨ ਦੀ ਇੱਛਾ ਸ਼ਕਤੀ ਘਟ ਜਾਂਦੀ ਹੈ। ਉਹਦਾ ਮੈਂ ਕਾਰਨ ਕਿਉਂ ਕਹਿ ਰਿਹਾ ਮੈਂ ਗੱਲ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ, ਤੁਸੀਂ ਇਤਿਹਾਸ ਪੜ੍ਹੋ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਸ ਤੋਂ ਵੀ ਮਾੜੇ ਹਾਲਾਤ ਸਨ। ਬਿਲਕੁਲ, ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਬੜੇ ਮਾੜੇ ਹਾਲਾਤ ਸਨ, ਬੜੇ ਮਾੜੇ ਹਾਲਾਤ ਸਨ, ਇਸ ਤੋਂ ਭੈੜੇ ਹਾਲਾਤ ਸੀਗੇ। ਦੂਜੀ ਗੱਲ ਹੈ ਵੀ ਇਹ ਜਿਹੜਾ ਕੌਮ 'ਚ ਵਿਗਾੜ ਪਿਆ ਹੋਇਆ, ਇਹ ਇੱਕ ਦਿਨ ਜਾਂ ਦੋ ਦਿਨ 'ਚ ਇੱਥੇ ਦਿਲਬਾਗ ਸਿੰਘ ਜੀ ਮੈਂ ਜਿਹੜੀ ਬੇਨਤੀ ਕਰਾਂਗਾ ਨਾ, ਜੇ ਗੁਰੂ ਸਾਹਿਬਾਨ ਦੇ ਵੇਲੇ ਵੀ ਹਾਲਾਤ ਜਿਹੜੇ, ਮੈਂ ਉਹੀ ਗੱਲ ਕਰਨ ਲੱਗਾ, ਜੇ ਗੁਰੂ ਨਾਨਕ ਸਾਹਿਬ ਦੇ ਵੇਲੇ ਏਡੇ ਹਾਲਾਤ ਸਨ, ਪਰ ਚੇਤੇ ਰੱਖਿਓ ਉਸ ਵੇਲੇ ਭਾਈ ਗੁਰਦਾਸ ਜੀ ਵਰਗੇ, ਬਾਬਾ ਬੁੱਢਾ ਸਾਹਿਬ ਵਰਗੇ ਸੁਚੱਜੇ ਸਿੱਖ ਵੀ ਸਨ ਜਿਹੜੇ ਸਮੁੱਚੀ ਅਗਵਾਈ ਦੇਣ ਲਈ ਅੱਗੇ। ਅੱਜ ਕਾਰਨ ਕੀ ਆ ਵੀ ਕੋਈ ਵੀ ਬੰਦਾ ਨਾ ਤੇ ਅੱਗੇ ਆ ਰਿਹਾ, ਜੇ ਆ ਰਿਹਾ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਉਸ ਚੀਜ਼ ਤੋਂ ਹਟਾਉਣ ਦਾ ਪੂਰਾ ਯਤਨ ਹੈ। ਗੱਲ ਵੀ ਹੋਰ ਹੈ, ਮਤਲਬ ਅਸੀਂ ਇਹ ਗੱਲ ਨੂੰ ਚੇਤੇ ਰੱਖੀਏ। ਅਸੀਂ ਜੇ ਕੋਈ ਇੱਕ ਤੇ ਹੀਆ ਨਹੀਂ ਕਰ ਰਿਹਾ, ਜੇ ਆ ਵੀ ਜਾਂਦਾ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੜਾ ਉਹ ਹੱਥ ਕੰਡੇ ਵਰਤ ਕੇ ਉਹਦੇ ਲਈ ਉਹਨੂੰ ਦਬਾਇਆ ਜਾ ਰਿਹਾ, ਉਹਨੂੰ ਡਰਾਇਆ ਜਾ ਰਿਹਾ, ਉਹਨੂੰ ਧਮਕਾਇਆ ਜਾ ਰਿਹਾ। ਪਰ ਜਦੋਂ ਅਸੀਂ ਉਹ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਨਾ ਵੀ ਅਸੀਂ ਇਕੱਠੀ, ਸਾਡੀ ਯੂਨਿਟੀ ਨਹੀਂ ਬਣੇਗੀ, ਇੱਕ ਦੇ ਨਾਲ ਕੁਝ ਵਾਪਰਦਾ ਦੂਜਾ ਵੇਖਦਾ, ਤੀਜੇ ਘਰ ਕੁਝ ਵਾਪਰਦਾ ਉਹ ਕਹਿੰਦਾ ਕੋਈ ਨਹੀਂ ਮੇਰੇ ਨਾਲ ਥੋੜਾ ਹੋਇਆ ਹੈ ਤੇ ਕਿਸੇ ਨਾਲ ਹੋਇਆ। ਜਦੋਂ ਅਸੀਂ ਇਕੱਠੇ ਹੋ ਕੇ ਆਵਾਜ਼ ਨਹੀਂ ਉਠਾਵਾਂਗੇ, ਅਸੀਂ ਆਪਣੇ ਧਾਰਮਿਕ ਆਗੂ, ਸਿੱਖ ਨੇਤਾ, ਉਹਨਾਂ ਦੀਆਂ ਅਸੀਂ ਕੀਤੀਆਂ ਹੋਈਆਂ ਜਿਹੜੀਆਂ ਕੌਮ ਪ੍ਰਤੀ
ਦੁਸ਼ਵਾਰੀਆਂ ਨੇ ਜਾਂ ਉਹਨਾਂ ਦੀਆਂ ਬੇਵਫਾਈਆਂ ਨੇ, ਜਦੋਂ ਅਸੀਂ ਉਹਨਾਂ ਨੂੰ ਸਨਮੁਖ ਨਹੀਂ ਲੈ ਕੇ ਆਵਾਂਗੇ ਤੇ ਤੁਸੀਂ ਜੋ ਮਰਜ਼ੀ ਕਰ ਲਓ ਬਾਹਰ ਬਹਿ ਕੇ, ਕੁਝ ਨਹੀਂ ਹੋ ਸਕੇਗਾ। ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਪਰ ਮਸਲਾ ਇਹ ਹੈ ਵੀ ਇੱਕ ਜਥੇਬੰਦੀ ਦੀ ਦੂਜੇ ਨਾਲ ਨਹੀਂ ਬਣਦੀ, ਇੱਕ ਸੰਸਥਾ ਦੂਜੀ ਨਾਲ, ਉਹ ਕਹਿੰਦੇ ਨਹੀਂ ਅਸੀਂ ਆਹ ਕੰਮ ਕਰਨਾ। ਮਤਲਬ ਗੱਲ ਹੀ ਕਿ ਨੇ ਸਿੱਖਿਆ, ਪਰ ਸਿੱਖੀ ਵਾਲੀ ਗੱਲ ਸਾਡੇ ਚ ਹੈ ਕੋਈ ਨਹੀਂ ਦਿਸਦੀ। ਕੀ ਬਣੇਗਾ ਫਿਰ ਸਾਡਾ? ਉਸੇ ਗੱਲ ਤੇ ਆਉਣ ਲੱਗਾ, ਹਾਂ ਮੈਂ ਉਸੇ ਗੱਲ ਤੇ ਆਉਣ ਲੱਗਾ ਸੀਗਾ ਕਿ ਇੱਕ, ਕਿਉਂਕਿ ਜਦੋਂ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਵੀ ਘਬਰਾਈਏ ਨਾ ਆਪਾਂ, ਹਾਲਾਤ ਭਾਵੇਂ ਜਿੰਨੇ ਮਰਜ਼ੀ ਮਾੜੇ ਹੋਣ, ਸਾਨੂੰ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ। ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਸੀਗਾ ਵੀ ਜਿਹੜੀ ਵੀਰ ਜੀ ਨੇ ਗੱਲ ਕੀਤੀ ਸਿਰਫ ਵੀ ਸਾਨੂੰ ਕੌਮੀ ਪੱਧਰ ਤੇ ਕੋਈ ਜਿਹਾ ਪ੍ਰੋਗਰਾਮ ਲਿਖਣਾ ਚਾਹੀਦਾ ਜੀ। ਜੇ ਆਪਾਂ ਜੇ ਗੁਰਬਾਣੀ ਦੀ ਵਿਆਖਿਆ ਵੀ ਸੁਣਦੇ ਤੇ ਉੱਥੇ ਵਿਆਖਿਆ ਵੀ ਵੱਖ-ਵੱਖ ਤਰ੍ਹਾਂ ਦੀ ਹੋ ਰਹੀ ਹੈ। ਜਿਹੜਾ ਸਿੱਖ ਹੈ ਉਹ ਦੁੱਧਾਂ 'ਚ ਪੈ ਰਿਹਾ। ਜੇ ਇਤਿਹਾਸ ਦੀ ਗੱਲ ਚੱਲਦੀ ਪਈ ਹੈ, ਇਤਿਹਾਸ ਵੱਖ-ਵੱਖ ਢੰਗਾਂ ਨਾਲ ਪੇਸ਼ ਕੀਤਾ ਜਾ ਰਿਹਾ, ਜਿਹੜਾ ਸਿੱਖ ਹੈ ਉਹਦੀ ਜਿਹੜੀ ਬੁੱਧੀ ਚੇਤਨਤਾ ਹੋਣ ਦੀ ਬਜਾਏ ਉਹ ਦੁਬਦਾ 'ਚ ਪੈ ਰਿਹਾ। ਇਸ ਲਈ ਕੌਮੀ ਪੱਧਰ ਤੇ ਸਾਨੂੰ ਜਿਹੜੀ ਗੁਰਬਾਣੀ ਦੀ ਵਿਆਖਿਆ, ਇਤਿਹਾਸ, ਉਹਨੂੰ ਇੱਕ ਸੋਧ ਕੇ ਕਰਨਾ ਚਾਹੀਦਾ। ਦੂਜੀ ਦੀ ਗੱਲ ਕਰਨਾ ਚਾਹੁੰਦਾ ਮੈਂ, ਸਾਨੂੰ ਪਿੰਡ ਪੱਧਰ ਤੇ, ਜਿਹੜਾ ਪਿੰਡ ਪੱਧਰ ਤੇ, ਕਿਉਂਕਿ ਜਿੰਨਾ ਚਿਰ ਅਸੀਂ ਗਰਾਊਂਡ ਪੱਧਰ ਤੇ ਕੰਮ ਨਹੀਂ ਕਰਾਂਗੇ ਗੱਲ ਨਹੀਂ ਬਣੇਗੀ। ਸਾਨੂੰ ਪਿੰਡ ਪੱਧਰ ਤੇ, ਅੱਜ ਪਿੰਡਾਂ ਤੁਸੀਂ ਵੇਖੋ, ਅੱਜ ਧੜੇਬੰਦੀ ਏਡੀ ਹਾਵੀ ਹੋ ਚੁੱਕੀ ਹੈ। ਬੇਸ਼ੱਕ ਉੱਪਰਲੇ ਪੱਧਰ ਦੇ ਜਿਹੜੇ ਰਾਜਨੀਤਿਕ ਲੋਕ ਹੈ ਉਹ ਇੱਕ ਦੂਜੇ ਘਰ ਆਪਣੇ ਧੀ ਪੁੱਤਰ ਵਿਆਹੁੰਦੇ ਨੇ, ਉਹ ਇਕੱਠੇ ਮਿਲਦੇ ਬੈਠਦੇ ਨੇ, ਰੋਟੀ ਬੇਟੀ ਸਾਂਝ ਹੈਗੀ ਉਹਨਾਂ ਦੀ। ਪਰ ਪਿੰਡ ਪੱਧਰ ਤੇ ਰਾਜਨੀਤਿਕ ਇੰਨੀ ਕੁ ਹਾਵੀ ਹੋ ਚੁੱਕੀ ਹੈ ਕਿ ਆਪਾਂ ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਵੀ ਚਾਹੁੰਦੇ ਹੈਗੇ। ਸਾਨੂੰ ਇਸ ਗੱਲ ਦਾ ਨਹੀਂ ਗਿਆਨ ਹੈਗਾ ਵੀ ਇਹ ਜਿਹੜੀ ਫੁੱਟ ਹੈ ਇਹ ਸਾਡਾ ਨੁਕਸਾਨ ਕਰਦੀ ਹੈ, ਸਾਡਾ ਨੁਕਸਾਨ ਕਰਦੀ ਹੈ। ਨਸ਼ਿਆਂ ਵਾਲੇ ਪਾਸੇ ਧੱਕੇ ਜਾਂਦੇ ਆ। ਅੱਜ ਪਿੰਡਾਂ 'ਚ ਨਸ਼ਾ ਇੰਨਾ ਕੋ ਆ ਗਿਆ ਵੀ ਪੁੱਛੋ ਨਾ ਤੁਸੀਂ। ਉਹਦਾ ਜਿੰਨਾ ਚਿਰ ਅਸੀਂ ਕੌਮੀ ਪੱਧਰ ਤੇ ਸੁਚੇਤ ਨਹੀਂ ਹੋਵਾਂਗੇ, ਰਾਜਨੀਤੀ ਨੂੰ ਆਪਣੇ ਪੈਰ ਦੀ ਜੁੱਤੀ ਨਹੀਂ ਬਣਾਵਾਂਗੇ, ਉਹਨਾਂ ਚਿਰ ਗੱਲ ਨਹੀਂ ਬਣਦੀ। ਦੂਸਰੀ ਜਿਹੜੀ ਖਾਸ ਗੱਲ ਹੈ ਵੀ ਸਾਨੂੰ ਇਤਿਹਾਸ ਨੂੰ, ਆਪਣੀ ਗੁਰਬਾਣੀ ਨੂੰ ਬੜੀ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ। ਜਿੰਨਾ ਚਿਰ ਅਸੀਂ ਆਪ ਗੁਰਬਾਣੀ ਨਹੀਂ ਪੜਾਂਗੇ, ਆਪਣੇ ਇਤਿਹਾਸ ਨੂੰ ਨਹੀਂ ਵਿਚਾਰਾਂਗੇ, ਅਜੋਕੇ ਇਤਿਹਾਸ ਨੂੰ ਨਹੀਂ ਪੜਾਂਗੇ, ਉਹਨਾਂ ਚਿਰ, ਜਿਹੜਾ ਤੁਸੀਂ ਗੱਲ ਕੀਤੀ ਸੀ ਨਾ ਵੀ ਜਿਹੜੇ ਅਜੋਕੇ ਆਗੂ ਨੇ, ਉਹਨਾਂ ਦਾ ਜਿਹੜਾ ਅਸਲ ਚਿਹਰਾ ਉਹ ਉਦੋਂ ਨਸ਼ਰ ਹੁੰਦਾ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਕਿ ਇਹਨਾਂ ਕਰਤੂਤਾਂ ਕੀ ਕੀਤੀਆਂ ਨੇ। ਵੀ ਸਾਨੂੰ ਤੇ ਫਿਰ ਸ਼ਰਮ ਆਉਂਦੀ ਆਪਾਂ ਇਹਨੂੰ ਆਗੂ ਮੰਨਦੇ ਹੋਇਆ ਵੀ। ਜਿੰਨਾ ਚਿਰ ਅਸੀਂ ਇਹ ਗੱਲ ਆਪ ਸਮਝਾਂਗੇ ਨਹੀਂ, ਅੱਗੇ ਪ੍ਰਚਾਰਾਂਗੇ ਨਹੀਂ, ਔਰ ਪਿੰਡ ਪੱਧਰ ਤੱਕ, ਗਰਾਊਂਡ ਪੱਧਰ ਤੱਕ ਆਪਾਂ ਗੱਲ ਲੈ ਕੇ ਨਹੀਂ ਜਾਵਾਂਗੇ, ਉਹਨਾਂ ਚਿਰ ਗੱਲ ਨਹੀਂ ਜੇ ਪਾਣੀ। ਬਿਲਕੁਲ 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 ਸਤਨਾਮ ਸਿੰਘ ਜੀ, ਮੈਂ ਤੁਹਾਡੇ ਕੋਲ ਹੀ ਗੱਲ ਲੈ ਕੇ ਆ ਰਿਹਾ ਵੀ ਅਸੀਂ ਦੇਖੋ, ਸੰਗਤ, ਪ੍ਰਬੰਧਕ ਤੇ ਪ੍ਰਚਾਰਕ, ਇਹ ਤਿੰਨ ਜਿਹੜੀਆਂ ਨੇ ਆਪਾਂ ਗੱਲਾਂ ਲੈ ਕੇ ਚੱਲੀਏ। ਜੇ ਸੰਗਤ ਸੁਚੇਤ ਹੋਵੇਗੀ, ਉਹ ਪ੍ਰਬੰਧਕ ਚੰਗੀ ਲੈ ਕੇ ਆਵੇਗੀ। ਪਰ ਇੱਥੇ ਗੱਲ ਕੋਈ ਹੋਰ ਚੱਲ ਰਹੀ ਆ, ਉਹ ਆਪੋ ਹੀ ਧੜੇਬੰਦੀ ਜਿਹੜੀ ਆ, ਇਹ ਸਾਡਾ ਬੜਾ ਨੁਕਸਾਨ ਕੀਤਾ। ਜੇ ਪ੍ਰਬੰਧਕ ਚੰਗੇ ਹੋਣਗੇ, ਉਹ ਚੰਗੇ ਸੁਚੇਤ ਜਿਹੜੇ ਨੇ ਗੁਰਮਤਿ ਦੇ ਪਰਥਾਏ ਹੋਏ ਪ੍ਰਚਾਰਕ ਨੇ, ਉਹਨਾਂ ਨੂੰ ਲੈ ਕੇ ਆਉਣਗੇ। ਪਰ ਹੁਣ ਕਰੀਏ ਕਿ ਅਸੀਂ ਇੱਕ ਇਮਾਰਤ ਦੇ ਵਿੱਚ ਹੀ ਉਹਨੂੰ ਗੁਰੂ ਦਾ ਦਵਾਰ ਬਣਾ ਕੇ ਨਾ, ਉੱਥੇ ਗੱਲ ਸਾਰੀ ਸਮੇਟੀ ਜਾ ਰਹੀ ਹੈ। ਗ੍ਰੰਥੀ ਸਿੰਘ ਨਾ ਪ੍ਰਬੰਧਕਾਂ ਕੋ ਖੁਸ਼ ਨੇ, ਪ੍ਰਬੰਧਕ ਜਿਹੜੇ ਨੇ ਉਹ ਪ੍ਰਚਾਰਕਾਂ ਨੂੰ ਕੋਸੀ ਜਾ ਰਹੇ ਨੇ। ਸੰਗਤ ਦੁਬਦਾ ਵਿੱਚ ਹੈ। ਜਿਹੜੀ ਦਿਲਬਾਗ ਸਿੰਘ ਨੇ ਗੱਲ ਕੀਤੀ ਹੈ ਵੀ ਸਾਨੂੰ ਪਿੰਡ ਪੱਧਰ ਤੇ, ਗੁਰੂ ਨਾਨਕ ਸਾਹਿਬ ਜੀ ਨੇ ਜੇ ਇਹ ਕਾਰਜ ਕਰਨਾ ਹੁੰਦਾ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਉਸ ਵੇਲੇ ਦੁਨੀ ਚੰਦ ਵਰਗੇ ਬੜੇ ਅਮੀਰ ਮਤਲਬ ਬੰਦੇ ਸੀ। ਗੁਰੂ ਸਾਹਿਬ ਜੀ ਬਿਲਡਿੰਗਾਂ ਬਣਾ ਸਕਦੇ ਸਨ, ਸੋਨਾ ਲਾ ਸਕਦੇ ਸੀ, ਕੋਈ ਵੱਡੀ ਗੱਲ ਨਹੀਂ ਸੀ। ਪਰ ਸਤਿਗੁਰਾਂ ਨੇ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਨਾ, ਮਨੁੱਖਤਾ ਦੀ ਜਿਹੜੀ ਸੜਦੀ ਬਲਦੀ ਲੁਕਾਈ ਸੀ, ਉਹਨੂੰ ਸ਼ਾਂਤ ਕਰਨ ਲਈ ਪ੍ਰਭੂ ਉਸ ਅਕਾਲ ਪੁਰਖ ਦਾ ਹੋਕਾ ਦਿੱਤਾ। ਅੱਜ ਅਸੀਂ ਕੀ ਸਿੱਖੀ ਨੂੰ ਇਸ ਇਮਾਰਤਾਂ ਵਿੱਚ ਕੈਦ ਕਰ ਲਿਆ। ਮੈਂ ਜਿਹੜੀ ਗੱਲ ਤਾਂ ਕਰ ਰਿਹਾ ਵੀ ਅਸੀਂ ਹੱਲ ਵੀ ਚਾਹੁੰਦੇ ਹਾਂ, ਪਰ ਅਸੀਂ ਅਸੀਂ ਬੜੀ, ਮੈਂ ਨਹੀਂ ਕਹਿੰਦਾ ਉੱਥੇ ਇਕੱਤਰ ਹੋ ਇਕੱਤਰ ਮਿਲੋ ਮੇਰੇ ਭਾਈ, ਪਰ ਇਕੱਤਰਤਾ ਦੇ ਵਿੱਚ ਜਿਹੜੀਆਂ ਸਾਡੀਆਂ ਦੂਰੀਆਂ ਪੈ ਰਹੀਆਂ ਨੇ, ਸਾਡੇ ਵਿੱਚ ਲੜਾਈਆਂ ਪੈ ਰਹੀਆਂ ਨੇ। ਅਸੀਂ ਉੱਥੋਂ ਗਿਆਨ ਲੈ ਕੇ ਕਿਉਂ ਨਹੀਂ ਵੰਡ ਸਕਦੇ ਪਿੰਡ ਜਾ ਕੇ, ਘਰਾਂ ਦੇ ਵਿੱਚ, ਬਈ ਗੁਰਮਤ ਦਾ ਸਿਧਾਂਤ ਆਹ ਵਾ ਤੇ ਅਸੀਂ ਕੀ ਕਰ ਰਹੇ ਹਾਂ, ਤੁਸੀਂ ਦੱਸੋ ਇਹਦਾ ਹੱਲ ਕੀ ਆ, ਆਪਾਂ ਹੱਲ ਵੱਲ ਚੱਲੀਏ। ਵਾਹਿਗੁਰੂ ਜੀ, ਤੁਸੀਂ ਆਪ ਹੀ ਇਸ਼ਾਰਾ ਦੇਤਾ ਦਿਲਬਾਗ ਸਿੰਘ ਵੀਰ ਜੀ ਨੇ ਵੀ, ਕਿ ਜੇ ਗੁਰੂ ਨਾਨਕ ਦੇਵ ਜੀ ਲੰਬਾ ਸਫ਼ਰ, ਜਿਹਨੂੰ ਕੋਈ ਇਤਿਹਾਸਕਾਰ 35,000 ਕਿਲੋਮੀਟਰ ਕਹਿੰਦਾ, ਕੋਈ ਕਿੰਨਾ ਕਹਿੰਦਾ, ਤੈਅ ਕਰਕੇ ਲੁਕਾਈ ਦਾ ਭਲਾ ਕਰ ਸਕਦੇ ਆ, ਤੇ ਅਸੀਂ ਉਸ ਗੁਰੂ ਨਾਨਕ ਦੇ ਪਾਂਧੀ ਹਾਂ। ਇੱਕ ਹੈ ਬੇਸਿਕ ਹਿਸਟਰੀ, ਅਸੀਂ ਰੱਟਾ ਲਾਉਂਦੇ ਹਾਂ। ਇੱਕ ਹੁੰਦਾ ਅਪਲਾਈਡ ਆਸਪੈਕਟ, ਅਸੀਂ ਪ੍ਰੇਰਨਾ ਲੈਂਦੇ ਹਾਂ। ਇੱਕ ਤਾਂ ਪ੍ਰੇਰਨਾ ਲੈਂਦਿਆਂ ਸਾਨੂੰ ਆਪ ਘਰਾਂ ਤੋਂ ਨਿਕਲਣਾ ਪਏਗਾ ਔਰ ਗੁਰਬਾਣੀ ਦੇ ਸੱਚ ਨੂੰ ਪ੍ਰਚਾਰਨਾ ਪਏਗਾ। ਇਹ ਨਹੀਂ ਹੈ ਕਿ SGPC ਕੁਝ ਨਹੀਂ ਕਰਦੀ, ਦਿੱਲੀ ਕਮੇਟੀ ਕੁਝ ਨਹੀਂ ਕਰਦੀ, ਗੁਰਦੁਆਰੇ ਕੁਝ ਨਹੀਂ ਕਰਦੇ, ਲੀਡਰ ਕੁਝ ਨਹੀਂ ਕਰਦੇ, ਨਹੀਂ ਕਰਦੇ। ਇੱਕ ਵੱਖਰਾ ਟੌਪਿਕ ਹੈ, ਵੱਖਰਾ ਇਸ਼ੂ ਹੈ। ਬਟ ਵਾਟ ਇਜ਼ ਮਾਈ ਕੰਟਰੀਬਿਊਸ਼ਨ? ਅਸੀਂ ਆਪਣੇ ਆਪ ਤੋਂ ਸ਼ੁਰੂ ਕਰੀਏ। ਕਿਰਤ ਕੋਈ ਵੀ ਕਰਦੇ ਹਾਂ, ਕਾਰੋਬਾਰ ਕੋਈ ਵੀ ਕਰਦੇ ਹਾਂ, ਆਪਣਾ ਯੋਗਦਾਨ ਜਿਹੜਾ ਸਾਰੇ, ਜਿਹੜਾ ਸਮੇਂ ਦਾ ਦਸਵੰਧ ਦੇ ਕੇ ਸ਼ੁਰੂ ਕਰੀਏ।
ਜਿਹੜੇ ਦੂਰ ਹੋ ਗਏ ਜੀ ਨੇ ਉਹਨਾਂ ਤੱਕ ਦੇਖੋ ਪਹੁੰਚਣ ਲਈ ਸਾਡੇ ਕੋਲ ਟੀਵੀ ਚੈਨਲਾਂ, ਫਿਲਮਾਂ ਇਹ ਸਹੀ ਹੋ ਸਕਦੀਆਂ ਨੇ। ਉੱਧਰ ਸਾਡਾ ਧਿਆਨ ਨਹੀਂ ਹੈਗਾ, ਜੇ ਹੈਗਾ ਤਾਂ ਬਹੁਤ ਘੱਟ ਹੈਗਾ। ਨਹੀਂ ਹੈਗਾ, ਨਹੀਂ ਜਦੋਂ ਹੈਗਾ। ਕਿ ਸਾਰੇ ਚੈਨਲ ਜਿਹੜੇ ਨੇ ਉਹਨਾਂ ਤੇ ਦੂਜੇ ਲੋਕ ਛਾਏ ਹੋਏ ਨੇ, ਸਾਰਾ ਕੁਝ ਆ ਰਿਹਾ। ਸਾਡੇ ਕੋਲ ਜੇ ਕਿ ਨਾ ਪੈਸਿਆਂ ਦੀ ਘਾਟ ਹੈ, ਮੈਨੂੰ ਲੱਗਦਾ ਪੈਸਾ ਤਾਂ ਅੱਗ ਲਾ ਕੇ ਸਾੜਿਆ ਨਹੀਂ ਮੁੱਕਦਾ ਜਿੰਨਾ ਸਿੱਖ ਕੋਲ ਪੈਸਾ ਹੈ। ਬਿਲਕੁਲ ਸਿਰਫ ਇਹ ਆ ਕਿ ਬਿਲਕੁਲ ਜਿਹਨਾਂ ਕੋਲ ਪੈਸਾ ਹੈ ਉਹਨਾਂ ਕੋਲ ਸੋਚ ਨਹੀਂ ਹੈ, ਜਿਹਨਾਂ ਕੋਲ ਸੋਚ ਹੈ ਉਹਨਾਂ ਕੋਲ ਪੈਸਾ ਨਹੀਂ ਹੈ। ਬਸ ਫਰਕ ਇਹਦੀ ਇੱਥੇ ਹੀ ਹੈ। ਸੁਚੱਜੀ ਜਿਹਨਾਂ ਵਰਤੋਂ ਕੋਲ ਨਹੀਂ ਹੋ ਪੈਸਾ ਉਹ ਰਹੀ। ਠੀਕ ਠਾਕ ਤੇ ਲੱਗ ਜੀ ਨਹੀਂ ਜੀ ਰਿਹਾ। ਔਰ ਇੱਕ ਵੀਰ ਜੀ ਨੇਕ ਭਲਾਈ ਦੇ ਕਾਰਜ ਜਿਹੜੇ ਜਿੱਦਾਂ ਰੁਜ਼ਗਾਰ ਜਾਂ ਜੇ ਨੌਜਵਾਨ ਨੂੰ ਰੁਜ਼ਗਾਰ ਮਿਲ ਜੇ, ਲੱਖਾਂ ਸਿਕਲੀ ਕਰਨੇ, ਬਿਲਕੁਲ ਜੇ ਰੁਜ਼ਗਾਰ ਮਿਲ ਜਾਵੇ, ਪੈਰਾਂ ਤੇ ਖੜੇ ਹੋ ਜਾਣ। ਕਰੋੜਾਂ ਸਤਨਾਮੀ ਨੇ ਜਿਹੜੇ ਘਾਸੀਦਾਸ ਨੂੰ ਆਪਣਾ ਗੁਰੂ ਮੰਨਦੇ ਨੇ, ਆਪਣੇ ਆਪ ਨੂੰ ਸਤਨਾਮੀ ਕਹਿੰਦੇ ਨੇ, ਗੁਰੂ ਦੇ ਪਾਸਿਕ ਉਹਨਾਂ ਦੇ ਵਿਛੜੇ ਹੋਏ ਕਹਿੰਦੇ ਨੇ, ਉਹ ਅਸੀਂ ਨਾਲ ਜੋੜ ਸਤਨਾਮ ਸਕਦੇ ਹਾਂ ਸਿੰਘ ਜੀ, ਛੱਤੀਸਗੜ੍ਹ ਵਾਲੇ ਇਲਾਕੇ ਬਿਲਕੁਲ 'ਚ। ਬਿਲਕੁਲ ਤੁਹਾਡੀ ਤੇ ਸਤਨਾਮ ਸਿੰਘ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਮੈਂ ਮੰਨਦਾ। ਪਰ ਜੇ ਪੰਜਾਬ ਵਿੱਚ, ਇਕੱਲੇ ਪੰਜਾਬ 'ਚ ਇੱਕ ਵੀਰ ਝਾਤੀ ਜੀ ਮਾਰੋ, ਤੁਹਾਨੂੰ ਇੰਨਾ ਨਿਗਾਰ ਮਿਲੇਗਾ, ਇੰਨੇ ਲੋਕ ਗਰੀਬ ਮਿਲਣਗੇ, ਤੁਸੀਂ ਹੈਰਾਨ ਹੋ ਜਾਓਗੇ। ਜੇ ਤੁਸੀਂ ਬਾਰਡਰ ਦੇ ਕੰਢੇ ਚਲੇ ਜਾਓ, ਪੰਜਾਬ 'ਚ ਕਿਸੇ ਹਿੱਸੇ 'ਚ ਚਲੇ ਜਾਓ, ਇੰਨੀ ਗਰੀਬੀ ਆ। ਔਰ ਅਸੀਂ ਸਮਝਦੇ ਹਾਂ ਵੀ ਜਿਹੜੇ ਲੱਖਾਂ ਰੁਪਏ ਅਸੀਂ ਧਾਰਮਿਕ ਸਮਾਗਮਾਂ ਦੇ ਖਰਚੇ ਆ, ਭਾਈ ਥੋੜਾ ਸੰਕੋਚ ਲਓ, ਘੱਟ ਕਰ ਲਓ। ਉਹੀ ਮਾਇਆ ਪੈਸਾ ਅਸੀਂ ਜੇ ਜੀ ਕਿਤੇ ਇਹਨਾਂ ਗਰੀਬ ਸਿੱਖਾਂ ਨੂੰ ਸੰਭਾਲ ਲਿਆ ਹੁੰਦਾ, ਅੱਜ ਸਾਡੀ ਦਸ਼ਾ ਹੋਰ ਹੁੰਦੀ। ਜੀ ਵੀ ਜੀ, ਗਰੀਬ ਸਿੱਖਾਂ ਨੂੰ ਸੰਭਾਲਣ ਦੇ ਨਾਲ ਨਾਲ ਇੱਕ ਪੱਖ ਜਿਹੜਾ ਮੈਂ ਜ਼ਰੂਰ ਲੈਣਾ ਚਾਹੁੰਦਾ ਵਾਂ ਕਿ ਦੇਖੋ ਅਖਬਾਰਾਂ ਨੇ, ਪੱਤਰਕਾਰ ਹੈ, ਠੀਕ ਹੈ ਨਾ ਜੀ। ਜੇ ਕੋਈ ਸਿੱਖ ਜੀ ਪੈਸੇ ਨਾਲ ਅਖਬਾਰ ਸ਼ੁਰੂ ਹੋ ਗਿਆ ਤਾਂ ਉਹ ਸਿੱਖਾਂ ਦੀ ਅਖਬਾਰ ਨਹੀਂ ਹੋ ਜਾਂਦੀ ਜਦ ਤੱਕ ਉਹਦੇ 'ਚ ਸਿੱਖ ਪੱਤਰਕਾਰ ਨਹੀਂ ਹੋਣਗੇ, ਸਿੱਖ ਸੋਚ ਨਹੀਂ ਆਏਗੀ। ਬਿਲਕੁਲ ਹੁਣ ਤੁਸੀਂ ਬਿਲਕੁਲ ਕਿੰਨੀਆਂ ਸਿੱਖ ਸੋਚ ਅਖਬਾਰਾਂ ਨਹੀਂ ਨੂੰ ਆਵੇਗੀ। ਕਿਹਨੂੰ ਕਹੋਗੇ ਸਿੱਖਾਂ ਦੀ ਅਖਬਾਰ ਆ, ਕਿਹੜੀ ਅਖਬਾਰ ਨੂੰ ਕਹੋਗੇ? ਮੈਂ ਜਿਹੜੀ ਗੱਲ ਤੇ ਆਉਣਾ ਚਾਹੁੰਦਾ ਇਹ ਹੈ ਕਿ ਪੱਤਰਕਾਰ ਘੜਨੇ ਪੈਣਗੇ, ਗੁਰਸਿੱਖ ਅਧਿਆਪਕ ਘੜਨੇ ਪੈਣਗੇ। ਹਾਂਜੀ, ਉਹਨਾਂ ਨੂੰ ਘੜਨ ਵਾਸਤੇ ਸਾਡੇ ਕੋਲ ਕੋਈ ਓਰੀਐਂਟੇਸ਼ਨ ਦਾ ਪ੍ਰਬੰਧ ਹੋਣਾ ਚਾਹੀਦਾ ਸਾਡੀ ਕੌਮ ਦੇ ਕੋਲ। ਅਸੀਂ ਗੱਲ ਕਰਦੇ ਜੀ ਹਾਂ ਜੀ ਜੀ RSS ਦੀ, ਗੱਲ ਕਰਦੇ ਹਾਂ ਅਸੀਂ ਕਮਿਊਨਿਸਟ ਪਾਰਟੀਆਂ ਦੀ, ਗੱਲ ਕਰਦੇ ਹਾਂ ਈਸਾਈਆਂ ਦੀ। ਉਹਨਾਂ ਦੇ ਸਕੂਲਿੰਗ ਸਿਸਟਮ ਬੜੇ ਤਗੜੇ ਨੇ, ਉਹਨਾਂ ਦੀ ਓਰੀਐਂਟੇਸ਼ਨ ਬੜੀ ਤਗੜੀ ਹੈ। ਹਾਂਜੀ, ਸਾਡੇ ਕੋਲ ਬਿਲਕੁਲ ਕੋਈ ਬਿਲਕੁਲ ਓਰੀਐਂਟੇਸ਼ਨ ਬਿਲਕੁਲ। ਹੈ ਹੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਸਿੱਖਾਂ ਦੀ ਸਰਮੋਟ ਸੰਸਥਾ ਸਾਰੇ ਕਹਿੰਦੇ ਆ। ਔਰ ਇਹ ਸੰਸਥਾ ਨੇ ਇੱਕ ਟੌੜਾ ਇੰਸਟੀਚਿਊਟ ਦੇ ਵਿੱਚ ਹਿਊਮਨ ਰਿਸੋਰਸ ਦਾ ਇੱਕ ਸੈੱਲ ਬਣਾਇਆ। ਉੱਥੇ ਆਪਣੇ ਜਿਹੜੇ ਹੈਲਪਰ ਨੇ, ਪ੍ਰਚਾਰਕ ਨੇ, ਜਿਹੜੇ ਇਹਨਾਂ ਦੇ ਉੱਥੇ ਉਹ ਸਿਕਿਉਰਿਟੀ ਵਾਲੇ ਨੇ, ਜਿਹੜੇ ਇਹਨਾਂ ਦੇ ਕਲੈਰੀਕਲ ਸਟਾਫ ਹੈ, ਉਹਨਾਂ ਨੂੰ 1 ਮਹੀਨੇ ਦਾ ਉੱਥੇ ਜੀ ਕੋਰਸ ਲਾਉਣਾ ਸ਼ੁਰੂ ਕੀਤਾ। ਮਹੀਨੇ 'ਚ ਇੱਕ ਵਾਰੀ ਮੈਨੂੰ ਵੀ ਜੀ ਜਾਣ ਦਾ ਜੀ ਮੌਕਾ ਮਿਲਿਆ ਸੀ। ਬੜਾ ਹੀ ਚੰਗਾ ਸਟੈਪ ਸੀ ਕਿ ਇੱਕ ਬਰਸੇ ਵਾਲੇ ਨੂੰ ਸਿਖਾਇਆ ਜਾਂਦਾ ਸੀ ਕਿ ਬਿਹਾਰ ਤੋਂ ਆਈ ਬੀਬੀ ਜੇ ਉਹਦਾ ਸਿਰ ਨੰਗਾ ਹੈ ਤਾਂ ਉਹਨੂੰ ਕਿੱਦਾਂ ਸਮਝਾਉਣਾ ਹੈ, ਤੁਸੀਂ ਬਰਸੇ ਦੀ ਬਿਲਕੁਲ ਵਰਤੋਂ ਕਿੱਦਾਂ ਬਿਲਕੁਲ ਕਰਨੀ ਹੈ, ਕਿੱਦਾਂ ਨਹੀਂ ਕਰਨੀ, ਤੁਹਾਡੀ ਸ਼ਬਦਾਵਲੀ ਕਿੱਦਾਂ ਦੀ ਹੋਣੀ ਚਾਹੀਦੀ, ਕਿੱਦਾਂ ਦੀ ਨਹੀਂ ਹੋਣੀ ਚਾਹੀਦੀ। ਉੱਥੇ ਪ੍ਰਚਾਰਕ ਬਿਲਕੁਲ ਦੀ ਬਿਲਕੁਲ। ਸੋਚ ਘੜੀ ਜਾਣ ਲੱਗੀ, ਉੱਥੇ ਰਾਗੀ ਦੀ ਸੋਚ ਘੜੀ ਜਾਣ ਲੱਗੀ, ਉਹ ਬੰਦ ਕਰ ਦਿੱਤਾ। ਜਦੋਂ ਕਿ ਸਾਡਾ ਸੁਝਾਅ ਇਹ ਹੈ ਕਿ ਉਹਨੂੰ ਰੀਸਟਾਰਟ ਕਰਨਾ ਚਾਹੀਦਾ ਔਰ ਉਹਦੀਆਂ ਬ੍ਰਾਂਚਸ ਜਿਹੜੀਆਂ ਨੇ ਉਹਦੇ ਜ਼ੋਨਲ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ, ਬਲਾਕ ਲੈਵਲ ਤੇ ਹੋਣੇ ਚਾਹੀਦੇ ਆ। ਜਿਹੜੇ ਗ੍ਰੰਥੀ ਸਿੰਘ ਜੀ ਸ਼੍ਰੋਮਣੀ ਜੀ ਜੀ ਕਮੇਟੀ ਦੇ ਆ, ਉਹਨਾਂ ਦੀ ਓਰੀਐਂਟੇਸ਼ਨ ਨੂੰ ਇੱਕ ਥਾਂ ਤੇ ਨਹੀਂ ਹੋ ਸਕਦੀ। ਜਿਹੜੇ ਨੌਨ ਹਿਸਟੋਰੀਕਲ ਗੁਰਦੁਆਰਿਆਂ 'ਚ ਗ੍ਰੰਥੀ ਸਿੰਘ ਆ, ਉਹਦੀ ਓਰੀਐਂਟੇਸ਼ਨ ਵੀ ਹੋਣੀ ਚਾਹੀਦੀ ਹੈ। ਅਧਿਆਪਕਾਂ ਦੀ ਬਿਲਕੁਲ ਇਸ ਹੋਣੀ ਪੁਆਇੰਟ ਆਫ ਚਾਹੀਦੀ ਵਿਊ ਹੈ। ਤੋਂ ਓਰੀਐਂਟੇਸ਼ਨ ਹੋਣੀ ਚਾਹੀਦੀ ਹੈ। ਪੱਤਰਕਾਰਾਂ ਦੀ ਓਰੀਐਂਟੇਸ਼ਨ ਹੋਣੀ ਬਿਲਕੁਲ ਚਾਹੀਦੀ ਹੈ। ਪ੍ਰਬੰਧਕਾਂ ਦੀ ਓਰੀਐਂਟੇਸ਼ਨ ਹੋਣੀ ਚਾਹੀਦੀ ਹੈ। ਲੀਡਰਾਂ ਦੀ ਓਰੀਐਂਟੇਸ਼ਨ ਹੋਣੀ ਚਾਹੀਦੀ ਹੈ। ਇਹਦੇ ਵਾਸਤੇ ਬੜੇ ਵੱਡੇ ਜੀ ਜੀ ਲੈਵਲ ਜੀ ਤੇ ਕੋਈ ਓਰੀਐਂਟੇਸ਼ਨ ਜਿਹੜਾ ਸਕੂਲ ਹੈ, ਜਿਹੜੀ ਇੰਸਟੀਚਿਊਟ ਹੈ, ਉਹ SGPC ਨੂੰ ਖੋਲ੍ਹਣੀ ਚਾਹੀਦੀ ਹੈ। ਬਿਲਕੁਲ ਹਾਂਜੀ, ਬਿਲਕੁਲ ਸਤਨਾਮ ਸਿੰਘ ਫਿਰ ਜੀ, ਇਹ ਆਪਾਂ ਆਉਣ ਵਾਲੇ ਸਮੇਂ 'ਚ ਨਾ ਅਸੀਂ ਇਹ ਜ਼ਰੂਰ ਪ੍ਰਚਾਰ ਦੀ ਜੀ ਜਿਹੜੀ ਆ ਰੂਪ ਰੇਖਾ ਜਾਂ ਪ੍ਰਚਾਰ ਉਹਦੀ ਅਸੀਂ ਗੱਲ ਕਰਾਂਗੇ, ਜ਼ਰੂਰ ਕਰਾਂਗੇ ਅਗਲੇ ਹਫਤੇ। ਡਾਕਟਰ ਜਸਪਾਲ ਸਿੰਘ ਜੀ, ਅੱਜ ਸੰਸਾਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਜਿਹੜੀ ਹਥਿਆਰਾਂ ਦੀ ਦੌੜ ਆ, ਉਹਦੇ ਨਾਲ ਸੰਸਾਰ ਨੂੰ ਨਹੀਂ ਜਿੱਤਿਆ ਜਾ ਸਕਦਾ। ਅਸੀਂ ਅੱਜ ਦੇਖ ਚੁੱਕੇ ਹਾਂ। ਅੱਜ ਜਿਹੜੀ ਲੋੜ ਹੈ ਨਾ, ਉਹ ਆ ਵਿਚਾਰਾਂ ਦੀ ਜੰਗ। ਜੇ ਸਾਡੇ ਕੋਲ ਵਿਚਾਰ ਤਗੜੇ ਨੇ ਤੇ ਅਸੀਂ ਅਗਲੇ ਨੂੰ ਹਰਾ ਸਕਦੇ ਹਾਂ, ਅਸੀਂ ਅਗਲੇ ਨੂੰ ਜਿੱਤ ਸਕਦੇ ਹਾਂ। ਨਹੀਂ ਤੇ ਹਥਿਆਰਾਂ ਦੀ ਜੰਗ ਵਿੱਚ ਅਸੀਂ ਦੇਖ ਚੁੱਕੇ ਹਾਂ ਕਿੱਡਾ ਵੱਡਾ ਨੁਕਸਾਨ ਹੋਇਆ, ਸੰਸਾਰ ਦਾ ਹੋਇਆ। ਕਿਸੇ ਕੌਮ ਦੀ ਵੀ ਗੱਲ, ਸਾਰੇ ਸੰਸਾਰ ਦਾ ਹੋਇਆ। ਗੁਰੂ ਸਾਹਿਬ ਨੇ ਵੀ ਇੱਕ ਵੀ ਆਪਾਂ ਜੰਗ ਦੇ ਵਿੱਚ ਝਾਤੀ ਮਾਰੀਏ ਨਾ, ਤੇ ਆਪਾਂ ਦੇਖਦੇ ਹਾਂ ਵੀ ਸਤਿਗੁਰਾਂ ਨੇ ਆਪ ਜਾ ਕੇ ਕਿਸੇ ਤੇ ਚੜ੍ਹਾਈ ਨਹੀਂ ਕੀਤੀ। ਔਰ ਜਿੰਨਾ ਵੀ ਕੁਝ ਵਾਪਰਿਆ, ਸਤਿਗੁਰਾਂ ਨੇ ਉਹਨਾਂ ਦਾ ਜਵਾਬ ਦਿੱਤਾ। ਔਰ ਬੜੇ ਤਰੀਕੇ ਨਾਲ, ਗੁਰਮਤਿ ਸਿਧਾਂਤ ਦੇ ਨਾਲ ਉਹਦਾ ਜਵਾਬ ਦਿੱਤਾ। ਤੁਸੀਂ ਇਸ ਗੱਲ ਦੀ ਜਿਹੜੀ ਆ ਅੱਜ ਇਹ ਜੋ ਅਸੀਂ ਕੁਝ ਦੇਖ ਰਹੇ ਹਾਂ, ਸਾਡੀ ਦੁਰਗਤਾ, ਨਸ਼ਿਆਂ ਦੇ ਵਿੱਚ ਸੱਭਿਆਚਾਰ ਵਿਗੜ ਗਿਆ, ਡੇਰਾਬਾਦ ਆ, ਇੰਨਾ ਡੇਰਾਬਾਦ ਆ, ਪਰ ਸਿੱਖੀ 'ਚ ਨਿਘਾਰ ਆ ਗਿਆ। ਇਹਦਾ ਹੱਲ ਕੀ ਆ? ਅਸੀਂ ਹੱਲ ਵੱਲ ਚਾਹੁੰਦੇ ਹਾਂ ਵੀ ਤੁਸੀਂ ਕੀ ਸਮਝਦੇ ਹੋ ਵੀ ਸਾਨੂੰ ਕੀ ਕਰਨਾ ਚਾਹੀਦਾ? ਔਰ ਸੰਗਤਾਂ ਸੁਚੇਤ ਹੋ ਕੇ ਇਹਦੇ ਤੇ ਪ੍ਰੈਕਟੀਕਲੀ
ਐ ਨਹੀਂ ਵੀ ਸੁਣ ਲਿਆ ਤੇ ਚਲੋ ਅਸੀਂ ਜੀ ਸਾਡਾ ਕੋਈ ਨਹੀਂ, ਇਹ ਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ, ਇਹ ਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ। ਜਿਵੇਂ ਸਤਨਾਮ ਸਿੰਘ ਨੇ ਕਿਹਾ ਜੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ, ਦਿੱਲੀ ਕਮੇਟੀ ਦੀ। ਜੇ ਉਹ ਆਪਣਾ ਰੋਲ ਇਮਾਨਦਾਰੀ ਨਾਲ ਨਹੀਂ ਨਿਭਾ ਰਹੇ ਤੇ ਇੱਥੇ ਆਮ ਸਿੱਖ ਦਾ ਫਿਰ ਕੀ ਜ਼ਿੰਮੇਵਾਰੀ ਬਣਦੀ ਹੈ ਜੀ? ਵੀਰ ਜੀ, ਪਹਿਲਾਂ ਮੈਂ ਬੇਨਤੀ ਕੀਤੀ ਆ ਕਿ ਆਮ ਸਿੱਖ ਦੇ ਸਿਰ ਦੇ ਉੱਤੇ ਹੀ ਜਿਹੜਾ ਸਾਰਾ ਜਿਹੜੀ ਸਾਡੀ ਇਨਕਲਾਬ ਹੈ ਉਹ ਖੜਿਆ ਹੈਗਾ। ਜਿਵੇਂ ਤੁਸੀਂ ਗੱਲ ਕਹੀ ਹੈ ਵੀ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਸਾਨੂੰ ਸੰਗਤਾਂ ਦੇ ਰੂਬਰੂ ਹੋ ਕੇ ਜਿਹੜਾ ਵਿਚਾਰ ਦੀ ਗੱਲ ਜਿਹੜੀ ਪਏਗੀ। ਅੱਜ ਜਿਹੜਾ ਸਮਾਂ ਹੈ ਉਹ ਸਿਰਫ ਤਰੀਕਿਆਂ ਦੇ ਨਾਲ ਪ੍ਰਚਾਰ ਦਾ ਨਹੀਂ ਰਹਿ ਗਿਆ। ਉਹ ਕਨਵੈਨਸ਼ਨਲ ਤਰੀਕੇ ਸਾਡੇ ਕਥਾ ਕੀਰਤਨ ਗੁਰੂ ਘਰਾਂ ਦੇ ਅੰਦਰ ਹੋ ਰਹੇ ਨੇ, ਹੁੰਦੇ ਵੀ ਰਹਿਣਗੇ। ਪਰ ਸਮੇਂ ਦਾ ਹਾਣੀ ਬਣਦਾ ਅਜੋਕੇ ਸਮੇਂ ਜਿਵੇਂ ਖਾਲਸਾ ਕਾਲਜਿਸ ਨੇ ਜਿਹਦੇ ਵਿੱਚ ਸਾਡੇ ਨੌਜਵਾਨ ਬੱਚੇ ਬੱਚੀਆਂ ਪੜ੍ਹਦੇ ਨੇ, ਸਾਡੇ ਕੋਲ ਨਵੇਂ ਢੰਗ ਨਾਲ ਨਵੇਂ ਤਰੀਕੇ ਨਾਲ ਉਹਨਾਂ ਨੂੰ ਨਵੇਂ ਨਾਲ ਸਮਝਾਉਣਾ ਆਪਣਾ ਜਿਹੜਾ ਅਮੀਰ ਜਿਹੜੀ ਅਮੀਰ ਵਿਚਾਰਧਾਰਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦਿੱਤੀ ਹੈ, ਇਹ ਅੱਜ ਵੱਡੇ ਵਿਦਵਾਨ ਵੀ ਸਮਝਦੇ ਮੰਨਦੇ ਨੇ। ਜਿਹੋ ਜੀ ਵਿਚਾਰਧਾਰਾ ਸਿੱਖ ਕੋਲ ਹੈ, ਜਿਹੜੀ ਵਿਚਾਰਧਾਰਾ ਸਾਹਿਬ ਨੇ ਦਿੱਤੀ ਹੈ, ਅਜੋਕੇ ਸਮੇਂ ਦੇ ਅੰਦਰ ਬੰਦੇ ਦੀਆਂ ਸਾਰੀ ਗੱਲਾਂ ਦਾ ਇਹ ਹੱਲ ਹੈ। ਪਰ ਜਿਹੜੀ ਕਮਜ਼ੋਰੀ ਇਹ ਹੈ ਕਿ ਅਸੀਂ ਉਸ ਨੂੰ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਜਿੱਥੇ ਉੱਥੇ ਪਹੁੰਚਾ ਨਹੀਂ ਸਕੇ। ਜਿਵੇਂ ਕਿਹਾ ਨਾ, ਬੜੇ ਸੁਣਦਾ ਹੁੰਦਾ ਜ਼ਮਾਨਾ, ਹਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ। ਸਾਨੂੰ ਜ਼ਰੂਰਤ ਇਹ ਹੈ ਕਿ ਆਪਾਂ ਜਿਵੇਂ ਬੱਚਿਆਂ ਨੂੰ ਪਿੰਡਾਂ ਦੇ ਆ ਕੇ ਹੁਣੇ ਆਪਾਂ ਕਿਹਾ ਵੀ ਲੋਕਾਂ ਨੂੰ ਇਹ ਗੱਲ ਸਮਝ ਹੀ ਨਹੀਂ ਲੱਗਦੀ ਕਿ ਅਸੀਂ ਬੇਲੋੜੇ ਖਰਚ ਜਿਹੜੇ ਆ ਉਹ ਆਪਣੇ ਤਾਂ ਦੁਨਿਆਵੀ ਕੰਮਾਂ ਦੇ ਉੱਤੇ ਕਰ ਰਹੇ ਹਾਂ, ਵਿਆਹਾਂ ਸ਼ਾਦੀਆਂ ਦੇ ਉੱਤੇ ਕਰ ਰਹੇ ਹਾਂ, ਮਰਨੇ ਪਰਨੇ ਦੇ ਉੱਤੇ ਕਰ ਰਹੇ ਹਾਂ। ਉੱਥੋਂ ਆਪਣੀ ਜਿਹੜੀ ਐਨਰਜੀ ਘਟਾ ਕੇ, ਉੱਥੋਂ ਬੇਲੋੜੇ ਖਰਚੇ ਘਟਾ ਕੇ ਜਿਹੜੇ ਸਾਰਥਕ ਕੰਮ ਨੇ ਆਪਣੇ ਬੱਚਿਆਂ ਵਾਸਤੇ, ਗਰੀਬ ਸਿੱਖਾਂ ਵਾਸਤੇ, ਆਪਣੇ ਪੱਧਰ ਦੇ ਉੱਤੇ ਜੀ ਸਕਿੱਲ ਵਾਲਾ ਕੰਮ ਕਰਕੇ ਕੋਈ ਬੱਚਿਆਂ ਨੂੰ ਕੋਈ ਚੰਗੀ ਸਿੱਖਿਆ ਦੇ ਉੱਤੇ ਉਹਨਾਂ ਨੂੰ ਆਪਣੇ ਪੈਰਾਂ ਦੇ ਉੱਤੇ ਖੜਾ ਕਰਕੇ ਉਹਨਾਂ ਨੂੰ ਚੰਗੀ ਸੋਚ ਤੇ ਚੰਗਾ ਦੇ ਕੇ ਹੀ ਜਿਹੜਾ ਅਸੀਂ ਗੁਰਮਤਿ ਦਾ ਜਿਹੜਾ ਹਾਰ ਕਰ ਸਕਦੇ ਹਾਂ। ਇਸ ਕਰਕੇ ਸਹਾਣੀ ਬਣਨਾ ਅੱਜ ਸਾਡੇ ਵਾਸਤੇ ਬਹੁਤ ਵੱਡੀ ਜ਼ਰੂਰਤ ਹੈ। ਮਲਟੀਮੀਡੀਆ ਸਾਡੇ ਕੋਲ ਹੈ, ਨਵੇਂ ਇਲੈਕਟ੍ਰੋਨਿਕਸ ਸਾਧਨ ਜਿਹੜੇ ਨੇ ਸਾਡੇ ਕੋਲ ਨੇ। ਜ਼ਰੂਰਤ ਤਾਂ ਇਹ ਹੈ ਕਿ ਇਹੋ ਜਿਹੀ ਕੋਈ ਸਾਡੇ ਕੋਲ ਇਹੋ ਜਿਹੀ ਬੋਡੀ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੁਚੱਜੇ ਢੰਗ ਨਾਲ ਵਰਤਣ ਵਾਸਤੇ ਜੀ ਰੂਪਰੇਖਾ ਤਿਆਰ ਕਰੇ। ਜਿਸ ਰੂਪਰੇਖਾ ਨੂੰ ਤਿਆਰ ਕਰਨ ਦੇ ਨਾਲ ਸਾਡੀ ਆਮ ਸੰਗਤ ਤੱਕ ਜਿਹੜੀ ਹੈ ਨਾ ਉਹ ਅਪਰੋਚ ਹੋਵੇ ਤੇ ਉਸ ਦੇ ਸਵਾਲਾਂ ਦਾ ਜਵਾਬ ਉਸ ਨੂੰ ਉਸ ਦੇ ਢੰਗ ਤਰੀਕੇ ਨਾਲ ਦਿੱਤਾ ਜਾਏ। ਬਿਲਕੁਲ, ਇਹ ਡਾਕਟਰ ਸਾਹਿਬ ਬਹੁਤ ਵਧੀਆ ਗੱਲ ਆ। ਅਸੀਂ ਮੀਡੀਆ ਰਾਹੀਂ ਬੇਨਤੀ ਕਰਦੇ ਹਾਂ, ਗੁਰੂ ਕੇ ਸਿੱਖੋ, ਅਣਚਾਹੇ ਖਰਚੇ ਜਿਹੜੇ ਆ, ਦੇਖੋ ਬਿਲਡਿੰਗਾਂ ਬਹੁਤ ਆਲੀਸ਼ਾਨ ਬਣ ਗਈਆਂ ਨੇ, ਕੋਈ ਸ਼ੱਕ ਨਹੀਂ ਆ, ਲੇਕਿਨ ਜਿਹੜੀ ਸਿੱਖ ਦੀ ਘਾਟ ਸੀ ਨਾ, ਉਹ ਸ਼ਬਦ ਗੁਰੂ ਨੇ ਘੜਨੀ ਆ। ਚੇਤੇ ਰੱਖਿਓ, ਕੋਈ ਬਿਲਡਿੰਗ ਵੱਡੀ ਹੋ ਸਕਦੀ, ਕੋਈ ਛੋਟੀ ਹੋ ਸਕਦੀ ਆ, ਪਰ ਗੁਰੂ ਸ਼ਬਦ ਦਾ ਆਕਾਰ ਜਿਹੜਾ ਨਾ ਉਹ ਉਹੋ ਜਿਹਾ ਰਹਿਣਾ। ਉਹ ਜਿਹੜਾ ਸਿਧਾਂਤ ਇੱਕ ਵੱਡੀ ਬਿਲਡਿੰਗ ਦੇ ਵਿੱਚ ਆ ਨਾ, ਉਹ ਛੋਟੀ ਬਿਲਡਿੰਗ ਦੇ ਵਿੱਚ ਗੁਰੂ ਦਾ ਸਿਧਾਂਤ ਜਿਹੜਾ ਉਹੀ ਪੁਕਾਰ ਕੇ ਉਹੋ ਹੀ ਸਾਨੂੰ ਗਿਆਨ ਦੇ ਰਿਹਾ। ਗਲਤ ਸੀ, ਅਸੀਂ ਗਿਆਨ ਨੂੰ ਸਮਝਣਾ ਸੀ ਤੇ ਆਪਣੇ ਜੀਵਨ ਵਿੱਚ ਕਮਾਉਣਾ ਸੀ, ਔਰ ਜਿੱਥੇ ਵੀ ਕਿਤੇ ਅਸੀਂ ਰਹਿੰਦੇ ਹਾਂ ਉਸ ਅਨੁਸਾਰ ਹੀ ਸਾਡਾ ਜੀਵਨ ਬਣ ਆਉਂਦਾ ਤੇ ਸਿੱਖੀ ਦੀ ਚੜ੍ਹਦੀ ਕਲਾ ਹੋ ਜਾਣੀ ਸੀ। 2 ਮਿੰਟ ਦਿਲਬਾਗ ਸਿੰਘ ਜੀ, ਤੁਹਾਨੂੰ ਦੋਵਾਂ ਨੂੰ ਮੈਂ 2-2 ਮਿੰਟ ਦੇਣੇ ਨੇ। ਕਿਹੜੀ ਗੱਲ ਰਹਿ ਗਈ ਆ ਤੇ ਆਪਣਾ ਸੁਨੇਹਾ ਜਿਹੜਾ ਹੈ ਉਹ ਜ਼ਰੂਰ ਦਿਓ। ਇਹ ਹੱਲ ਕੀ ਆ? ਸੀ ਡਾਕਟਰ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ ਹੈ ਵੀ ਸਾਨੂੰ ਜਿਹੜਾ ਹੈ ਪਿੰਡਾਂ ਦੇ ਵਿੱਚ, ਲੋਕਾਈ ਦੇ ਵਿੱਚ ਸਾਨੂੰ ਜਾਣਾ ਪਏਗਾ। ਅਸੀਂ ਦੇਖਦੇ ਹਾਂ ਕਿ ਉਹੀ ਸੰਸਥਾ ਜਿਹੜੀਆਂ ਉਹ ਰੌਲੀ ਪਾਈ ਜਾ ਰਹੇ ਨੇ, ਸਾਰੇ ਕੰਮ ਵੀ ਕਰ ਰਹੇ, ਚਲੋ ਅਸੀਂ ਨਹੀਂ ਕਹਿੰਦੇ, ਕੰਮ ਵੀ ਬੜਾ ਸੋਹਣਾ ਕਰ ਰਿਹਾ, ਪਰ ਕਦੇ ਦੇਖਿਆ ਵੀ ਇਹਦੀ ਆਊਟਪੁੱਟ ਕੀ ਨਿਕਲੀ ਹੈ ਜੀ? ਹਾਂਜੀ ਵੀਰ ਜੀ, ਇਹਦੇ ਵਾਸਤੇ ਜਿਹੜਾ ਹੱਲ ਹੈ ਨਾ, ਹੱਲ ਸਤਿਗੁਰੂ ਨੇ ਸਾਨੂੰ ਕੱਢ ਕੇ ਦੇ ਦਿੱਤਾ। ਗੁਰਬਾਣੀ ਜਿਹੜੀ ਨੂੰ ਆ ਸੱਚ ਜੁਗਾ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਾਡਾ ਇਤਿਹਾਸ ਬਹੁਤ ਹੀ ਮਾਣਮੱਤਾ ਸ਼ਾਨਾਂ ਭਰਪੂਰ ਹੈ। ਜਦੋਂ ਅਸੀਂ ਇਤਿਹਾਸ ਨੂੰ ਤੇ ਗੁਰਬਾਣੀ ਨੂੰ ਅਜੋਕੇ ਪ੍ਰਸੰਗ ਵਿੱਚ ਸੁਣਾਵਾਂਗੇ ਨਾ, ਬੱਚਿਆਂ ਨੂੰ ਜੋੜਾਂਗੇ ਤੇ ਬੱਚੇ ਬੜੇ ਆਕਰਸ਼ਿਤ ਹੁੰਦੇ। ਮੈਂ ਇਹਦੇ ਵਿੱਚ ਤੁਹਾਨੂੰ ਘਟਨਾ ਸੁਣਾ ਦਿਆਂ। ਸ਼ਾਇਦ 2000 ਸਾਲ ਦੀ ਗੱਲ ਹੈਗੀ ਹੈ ਵੀ ਅਨੰਦਪੁਰ ਸਾਹਿਬ ਵਿਖੇ ਨਾ ਇੱਕ ਪੂਰੇ ਹਿੰਦੁਸਤਾਨ ਪੱਧਰ ਦਾ ਪ੍ਰਾਇਮਰੀ ਟੀਚਰਾਂ ਦਾ ਨਾ ਕੈਂਪ ਲੱਗਾ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਉੱਥੇ ਸਾਰੇ ਹਿੰਦੁਸਤਾਨ ਟੀਚਰ ਆਏ ਸਨ ਤੇ ਅਸੀਂ ਉੱਥੇ ਉਦੋਂ ਕਾਲਜ ਪੜ੍ਹਦੇ ਸੀ ਤੇ ਉੱਥੇ ਸਟਾਲ ਆਇਆ ਹੋਇਆ ਸੀਗਾ। ਕੇਰਲਾ ਤੋਂ, ਤਾਮਿਲਨਾਡੂ ਤੋਂ ਵੀ ਕੁਝ ਟੀਚਰ ਆਏ ਸੀ ਉੱਥੇ। ਜਦੋਂ ਉਹ ਸਾਡਾ ਇਤਿਹਾਸ ਦੀਆਂ ਜਿਹੜੇ ਖੂਨ ਸ਼ਹੀਦਾਂ ਦਾ, ਇੱਕ ਮਿਸ਼ਨਰੀ ਕਾਲਜ ਦੀ ਪੁਸਤਕ ਹੈਗੀ ਹੈ ਖੂਨ ਸ਼ਹੀਦਾਂ ਦਾ, ਜਦੋਂ ਵੇਖਦੇ ਸਨ ਵੀ ਕਿਵੇਂ ਆਰੀਆਂ ਚੀਰੇ ਗਏ, ਬੰਦ-ਬੰਦ ਕੱਟੇ ਗਏ, ਉਹ ਕਹਿੰਦੇ ਸੱਚਾ ਸਭ ਕੁਝ ਸੱਚ ਵਾਪਰਿਆ ਜੇ।
ਅਸੀਂ ਕਿ ਬਿਲਕੁਲ ਇਹ ਰਿਐਲਿਟੀ ਹੈ, ਸੱਚ ਹੈਗਾ। ਉਹ ਕੋਲ ਜੋ ਬਹੁਤ ਪੁਰਾਣਾ ਇਤਿਹਾਸ ਨਹੀਂ, ਅਜੋਕਾ ਇਤਿਹਾਸ ਹੈਗਾ ਜਿਹੜਾ 300-400 ਸਾਲ ਬਿਲਕੁਲ ਪਹਿਲਾਂ ਵਰਤਿਆ ਬਿਲਕੁਲ ਹੈਗਾ ਜੀ। ਜਦੋਂ ਵੇਖਿਆ ਜੀ ਤੇ ਜੀ ਜੀ ਤੁਸੀਂ ਜੀ ਹੈਰਾਨ ਹੋਵੋਗੇ ਵੀ ਉਹ 5 ਦਿਨ ਦਾ ਕੈਂਪ ਸੀ, ਉੱਥੇ ਲੰਗਰ ਬਣਦਾ ਸੀ। ਲੰਗਰ ਵੇਖ ਕੇ ਬੜੇ ਹੈਰਾਨ ਹੋਏ। ਤੇ ਉੱਥੋਂ ਜਦੋਂ ਉਹ ਟੀਚਰ ਵਾਪਸ ਜਾਂਦੇ ਤੇ 5 ਅਧਿਆਪਕ ਜਿਹੜੇ ਸਨ ਉਹ ਅੰਮ੍ਰਿਤ ਛਕ ਕੇ ਜਾਂਦੇ ਜੀ ਉੱਥੋਂ ਵਾਪਸ। ਦੁਖਾਂਤ ਇਹੋ ਹੈ ਵੀ ਬਿਲਕੁਲ ਅਸੀਂ ਬਿਲਕੁਲ ਹੋਰ ਹੀ ਹੋਰ ਪਾਸੇ ਤੁਰ ਜੀ ਪਏ ਆ। ਜੀ ਜੀ ਗੁਰਬਾਣੀ ਨੂੰ ਤੇ ਇਤਿਹਾਸ ਨੂੰ ਅਜੋਕੇ ਪ੍ਰਸੰਗ ਵਿੱਚ ਤੁਸੀਂ ਬੱਚੇ ਨੂੰ ਸੁਣਾਓਗੇ ਤੇ ਬੱਚੇ ਬੜੇ ਉਤਸ਼ਾਹਿਤ ਹੋ ਕੇ ਸੁਣਦੇ ਆ। ਔਰ ਜਦੋਂ ਅਸੀਂ ਬੱਚੇ ਸਾਂਭ ਲਏ ਬਿਲਕੁਲ ਕਿ ਬਿਲਕੁਲ ਅਸੀਂ ਕੌਮ ਦੀ ਤਰੱਕੀ ਵਧਣੀ ਦਰਬਾਰ ਚਾਹੁੰਦੇ ਸਿੰਘ ਆ, ਜੀ ਤੇ ਜਿਹੜੀ ਇਸੇ ਨੌਜਵਾਨ ਇਸੇ ਪੀੜ੍ਹੀ ਹੈ ਪ੍ਰੋਗਰਾਮ ਨੂੰ ਉਹਨੂੰ ਨਾ, ਸਾਂਭਣਾ ਪਏਗਾ ਜੀ। ਹਾਂਜੀ ਇਸੇ ਪ੍ਰੋਗਰਾਮ ਨੂੰ ਅਸੀਂ ਇੱਕ ਐਪੀਸੋਡ ਅਸੀਂ ਹੋਰ ਕਰਾਂਗੇ। ਮੈਂ ਇਹ ਬੇਨਤੀ ਕਰਾਂਗਾ ਵੀ ਜਦੋਂ ਅਸੀਂ ਇਹੋ ਜਿਹੇ ਉਪਰਾਲੇ ਕਰਦੇ ਹਾਂ ਪਰ ਉਹਨੂੰ ਕੰਟੀਨਿਊ ਨਹੀਂ ਰੱਖ ਪਾਉਂਦੇ। ਅਸੀਂ ਇੱਕ ਸਮਾਗਮ ਕਰ ਲਿਆ, ਉਸ ਤੋਂ ਬਾਅਦ ਉਸ ਤੋਂ ਕੜੀ ਜਿਹੜੀ ਅੱਗੇ ਚੱਲਣੀ ਚਾਹੀਦੀ ਹੈ। ਜਿਵੇਂ ਗੁਰੂ ਸਾਹਿਬ ਨੇ 10 ਜਾਮਿਆਂ 'ਚ ਵਿਚਰ ਕੇ ਮਨੁੱਖਤਾ ਦੀ ਘਾਟ ਘੜੀ ਆ। ਸਾਡੇ ਕੋਲ ਬਹੁਤ ਸੋਰਸਸ ਨੇ, ਅਸੀਂ ਘੱਟ ਖਰਚਾ ਕਰਕੇ ਹੀ ਲੋਕਾਈ ਨੂੰ ਜਾਗਰਤ ਕਰ ਸਕਦੇ ਹਾਂ। ਬਹੁਤ ਕੁਝ ਹੈ, ਪਰ ਗੱਲ ਇਹ ਹੈ ਵੀ ਅਸੀਂ ਇਮਾਨਦਾਰੀ ਨਾਲ ਜੇ ਇਸ ਪਾਸੇ ਵੱਲ ਆ ਜਾਈਏ ਤੇ ਉਹ ਗੱਲ ਨਹੀਂ। ਅਸੀਂ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਢਹਿੰਦੀ ਕਲਾ ਨਹੀਂ, ਚੜ੍ਹਦੀ ਕਲਾ ਹੈ। ਅਸੀਂ ਹਮੇਸ਼ਾ ਹੀ ਸਿੱਖ ਜਿਹੜਾ ਉਹਨੇ ਚੜ੍ਹਦੀ ਕਲਾ ਵਿੱਚ ਚੱਲਣਾ। ਬਹੁਤ ਕੁਝ ਹੋ ਸਕਦਾ, ਸਿਰਫ ਲੋੜ ਹੈ ਜਾਗਰਤੀ ਲਿਆਉਣ ਦੀ ਵੀ ਅਸੀਂ ਆਪਣੇ ਢੰਗ ਤਰੀਕੇ ਨੂੰ ਥੋੜ੍ਹਾ ਜਿਹਾ ਬਦਲ ਲਈਏ। ਜਿਹੜੇ ਕੰਮ ਨਹੀਂ ਹੋ ਰਹੇ, ਜਿਹੜੇ ਨਹੀਂ ਕਰ ਰਹੇ, ਅਸੀਂ ਉਹਨਾਂ ਨੂੰ ਕੁਝ ਕਹਿਣ ਦੀ ਬਜਾਏ ਅਸੀਂ ਆਪਣੀ ਲੀਕ ਵੱਡੀ ਵਾ ਲਈਏ ਤੇ ਮੇਰਾ ਖਿਆਲ ਬਹੁਤ ਕੁਝ ਹੋ ਸਕਦਾ ਜੇ ਸਾਡੀ ਯੂਨਿਟੀ ਬਣ ਜਾਵੇ। ਸਤਨਾਮ ਸਿੰਘ ਜੀ, ਅਖੀਰ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ, ਹੱਲ ਦੀ ਗੱਲ ਵੀ ਅਸੀਂ ਕੀਤੀ ਹੈ, ਪਰ ਜੇ ਕੋਈ ਗੱਲ ਰਹਿ ਗਈ ਹੈ ਤੇ ਆਪਣਾ ਸੁਨੇਹਾ ਜਿਹੜਾ ਕੀ ਦੇਣਾ ਚਾਹੋਗੇ? ਬਸ ਮੈਂ 2 ਮਿੰਟ ਤੋਂ ਘੱਟ 'ਚ ਹੀ ਗੱਲ ਕਹਿਣੀ ਚਾਹਾਂਗਾ। 2 ਗੱਲਾਂ। ਬਿਲਕੁਲ 2 ਮਿੰਟ ਤੋਂ ਘੱਟ ਹੀ, 1.5 ਮਿੰਟ ਹੈ ਜੀ ਤੁਹਾਡੇ ਕੋਲ। ਇੱਕੋ ਆਸ ਤੇ ਆਧਾਰ ਗੁਰੂ ਗ੍ਰੰਥ ਦਾ ਜੀ ਵਿਚਾਰ ਹੈ। ਇਹਦੇ ਵਿੱਚ ਗੁੰਦਿਆ ਮਨੁੱਖੀ ਏਕਾ ਤੇ ਪਿਆਰ ਹੈ। ਹੋਰ ਕਿਸੇ ਥਾਵੇਂ ਨਹੀਂ ਉਹ ਸਰਨਾ ਮਨੁੱਖ ਦਾ, ਉੱਠੋ ਵੀਰੋ ਭੈਣੋ ਹੋਣਾ ਇਸੇ ਲਈ ਤਿਆਰ ਹੈ। ਦੂਜੀ ਗੱਲ, ਜਿਹੜਾ ਕਿਆ ਦੂਜਾ ਬਾਤ ਹੈ, ਸੁਣਿਆ, ਕਿਆ ਬਾਤ ਉਜਲੇ ਕੌਮੀ ਭਵਿੱਖ ਜੀ। ਦੀਆਂ ਤਿਆਰੀਆਂ। ਉਜਲੇ ਕੌਮੀ ਭਵਿੱਖ ਦੀਆਂ ਤਿਆਰੀਆਂ, ਗੁਰਮਤ ਟ੍ਰੇਨਿੰਗ ਕੈਂਪ, ਕਾਰਜਸ਼ਾਲਾਵਾਂ ਤੇ ਕਿਆਰੀਆਂ। ਕਿਆਰੀਆਂ ਹੁੰਦਾ ਮਿੰਨੀ ਕੈਂਪ। ਕਿਆਰੀ ਖੇਤ ਵਿੱਚ ਹੁੰਦੀ ਹੈ ਤੇ ਕਿਆਰੀ ਨੂੰ ਜੀ ਵਾਹ ਕੇ ਉਹਦੇ 'ਚ ਬੀਜ ਬੀਜਿਆ ਜਾਂਦਾ, ਉਹਨੂੰ ਗੋਡੀ ਕੀਤੀ ਜਾਂਦੀ ਹੈ, ਉਹਨੂੰ ਪਾਣੀ ਦਿੱਤਾ ਜਾਂਦਾ, ਉਹਨੂੰ ਖਾਦ ਦਿੱਤੀ ਜਾਂਦੀ ਹੈ। ਤੇ ਕਿਆਰੀ ਦਾ ਮਤਲਬ ਬੱਚਿਆਂ ਦੇ ਮਿੰਨੀ ਕੈਂਪ, ਜਿਹਦੇ ਵਿੱਚ ਉਹਨਾਂ ਨੂੰ ਅਸੀਂ ਕਹਿੰਦੇ ਸਿਧਾਂਤਾਂ ਦੀ ਘਾਟ, ਪ੍ਰਚਾਰ ਦੀ ਘਾਟ, ਉਹ ਉਹਨਾਂ ਨੂੰ ਸਿਧਾਂਤਕ ਰੂਪੀ ਜਿਹੜੀ ਗੋਡੀ ਹੈ, ਜਿਹੜੀ ਖਾਦ ਹੈ, ਜਿਹੜਾ ਪਾਣੀ ਹੈ, ਉਹ ਪਾਇਆ ਜਾਵੇ ਤਾਂ ਕਿ ਇਹ ਪਨੀਰੀ ਜੀ ਜਦੋਂ ਵੱਡੀ ਹੋਵੇ ਤੇ ਇਹ ਫਸਲ ਬਣੇ, ਇਹਦਾ ਝਾੜ ਵਧੀਆ ਹੋਵੇ ਤੇ ਕੌਮ ਚੜ੍ਹਦੀ ਕਲਾ 'ਚ ਜਾਵੇ ਤੇ ਪੰਥ ਜੀਵੇ। ਮੈਂ ਮਰਾਂ ਪੰਥ ਜੀਵੇ। ਵਾਹਿਗੁਰੂ ਜੀ ਕਾ ਖਾਲਸਾ, ਬਿਲਕੁਲ ਵਾਹਿਗੁਰੂ ਜੀ। ਬਿਲਕੁਲ, ਬਹੁਤ ਵਧੀਆ। ਡਾਕਟਰ ਸਾਹਿਬ ਕੋਈ ਗੱਲ ਰਹਿ ਗਈ ਹੈ, 1 ਮਿੰਟ ਆ ਤੁਹਾਡੇ ਕੋਲ, ਕੋਈ ਸੁਨੇਹਾ ਆਪਣਾ, ਕਿਉਂਕਿ ਸਾਰੀ ਸੰਸਥਾਵਾਂ, ਸਾਰੀਆਂ ਜਥੇਬੰਦੀਆਂ ਲੱਗੀਆਂ ਨੇ, ਕੋਈ ਸ਼ੱਕ ਨਹੀਂ ਆ। ਉਪਰੀ ਅੱਖ ਨਾਲ ਵੇਖੀਏ, ਬੱਚਿਆਂ ਦੇ ਥਰੂ ਵੀ ਕੋਸ਼ਿਸ਼ ਹੈ ਵੀ ਜਿਹੜੀ ਹੈ ਸਿੱਖੀ ਘਰਾਂ ਵਿੱਚ ਪਹੁੰਚੇ। ਪਰ ਤੁਸੀਂ ਹੋਰ ਉਪਰਾਲਾ ਜਿਹੜਾ ਕਿ ਸਾਡੇ ਵਿੱਚ ਕੁਝ ਇੱਕ ਯੂਨਿਟੀ ਬਣ ਜਾਵੇ ਸੰਸਥਾਵਾਂ ਵਿੱਚ, ਅਸੀਂ ਕਾਰਜ ਇਕੱਠੇ ਹੋ ਕੇ ਕਰੀਏ ਜਿਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖੀ ਦੀ ਪ੍ਰਫੁੱਲਤਾ ਵਧੇ। ਇਹ ਜਿਹੜੀ ਗੁਰੂ ਨਾਨਕ ਦੀ ਕਿਆਰੀ ਜਿਹੜੀ ਮੁਰਝਾ ਗਈ ਹੈ, ਮਰੀ ਨਹੀਂ, ਲੋੜ ਛਿੱਟੇ ਦੇਣ ਦੀ ਹੈ, ਇਹ ਫਿਰ ਚਮਕ ਉੱਠੇ ਜੀ। ਬੇਨਤੀ ਹੈ ਵੀਰ ਜੀ ਕਿ ਜਿਵੇਂ ਆਪ ਜੀ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਪੰਥਕ ਪੱਧਰ ਦੇ ਉੱਤੇ ਕੋਸ਼ਿਸ਼ਾਂ ਦੇ ਵਿੱਚ ਜਿਹੜੀ ਸਾਡੀ ਵਖਰੇਵੇਂ ਸਿਗਨਲ, ਜਿਹੜੀਆਂ ਡਾਕਟਰ ਸਾਹਿਬ ਸਿਗਨਲ ਜਿਹੜਾ ਤੁਹਾਡਾ ਨਹੀਂ, ਆਵਾਜ਼ ਨਹੀਂ ਆ ਰਹੀ ਤੁਹਾਡੇ ਕੋਲ। ਡਾਕਟਰ ਸਾਹਿਬ ਤੁਹਾਡੀ ਆਵਾਜ਼ ਨਹੀਂ ਸਾਡੇ ਕੋਲ ਆ ਰਹੀ, ਖੇਮਾ ਦੇ ਜਾਚਕਾਂ। ਸੋ ਗੁਰੂ ਕੀ ਸੰਗਤ, ਸਾਰੀ ਗੱਲ ਦਾ ਨਿਚੋੜ ਇਹੀ ਹੈ, ਅਸੀਂ ਸੰਗਤ ਵਿੱਚ ਜਾਈਏ, ਜੋ ਗੁਰੂ ਦਾ ਸਿਧਾਂਤ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਅਪਣਾਈਏ, ਥਾਂ ਦਈਏ। ਚੇਤੇ ਰੱਖਿਓ, ਜਦੋਂ ਤੱਕ ਸਿੱਖ ਦੀ ਘਾੜਤ ਨਹੀਂ ਘੜੀ ਜਾਵੇਗੀ, ਉਹਦਾ ਜੀਵਨ ਜਿਹੜਾ ਹੈ ਉਹ ਸੁਚਿਆਰਾ ਨਹੀਂ ਬਣੇਗਾ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਅਸੀਂ ਗੁਰੂ ਕੋਲ ਇਹ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਅਸੀਂ ਗੁਰੂ ਕੋਲ ਸਿੱਖਿਆ ਲਈਏ। ਔਰ ਚੇਤੇ ਰੱਖਿਓ, ਉਹ ਦਿਨ ਦੂਰ ਨਹੀਂ ਜਦੋਂ ਹਰ ਸਿੱਖ ਜਿਹੜਾ ਹੈ ਆਪਣਾ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਗੁਰੂ ਨਾਲ ਸਾਂਝ ਪਾਏਗਾ ਕਿ ਮੇਰਾ ਗੁਰੂ ਮੈਨੂੰ ਆਗਿਆ ਦਿੰਦਾ ਕਿ ਨਹੀਂ ਦਿੰਦਾ। ਜਦੋਂ ਅਸੀਂ ਗੁਰੂ ਨੂੰ ਆਪਣੇ ਜੀਵਨ ਵਿੱਚ ਥਾਂ ਦੇਵਾਂਗੇ ਨਾ, ਗੁਰੂ ਕੇ ਸਿੱਖੋ, ਫਿਰ ਸਾਡੀ ਚੜ੍ਹਦੀ ਕਲਾ। ਅਸੀਂ ਥੋਥੀਆਂ ਗੱਲਾਂ ਜ਼ਰੂਰ ਕਰਦੇ ਹਾਂ, ਇੱਕ ਦੂਜੇ ਨੂੰ ਉਲਾਮੇ ਬੋਲ ਕਬੋਲ ਅਸੀਂ ਬੋਲਦੇ ਹਾਂ, ਪਰ ਉਹਦੇ ਨਾਲ ਸਿੱਖੀ ਦੀ ਚੜ੍ਹਦੀ ਕਲਾ ਨਹੀਂ।
ਸਾਡੇ ਵਿੱਚ ਵਖਰੇਵੇਂ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ। ਮੈਂ ਹੀ ਜਿਹੜੀ ਅੱਜ ਗੱਲ ਕੀਤੀ ਆ ਵੀ ਅਜੋਕੀ ਦਸ਼ਾ ਕੀ ਹੈ, ਉਹਦੇ ਕਾਰਨ ਕੀ ਹੈ, ਉਹਦਾ ਹੱਲ ਕੀ ਹੈ, ਟੂਕ ਮਾਤਰੇ ਗੱਲ ਕੀਤੀ ਹੈ, ਪੂਰੀ ਨਹੀਂ ਕਰ ਸਕੇ। ਆਉਣ ਵਾਲੇ ਸਮੇਂ 'ਚ ਜ਼ਰੂਰ ਇਸ ਗੱਲ ਨੂੰ ਅਸੀਂ ਆਪ ਜੀ ਦੇ ਸਨਮੁਖ ਲੈ ਕੇ ਆਵਾਂਗੇ। ਸੋ ਅਖੀਰ ਦੇ ਵਿੱਚ ਸਾਡੀ ਇਹੀ ਬੇਨਤੀ ਹੈ ਕਿ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਇੱਕ ਨਿਮਾਣਾ ਜਿਹਾ ਯਤਨ ਹੈ, ਅਵੇਅਰ ਕੀਤਾ ਜਾਂਦਾ ਹੈ ਕਿ ਇਹ ਜਿਹੜਾ ਚੌਥਾ ਘੱਲੂਘਾਰਾ ਵਾਪਰਿਆ ਨਾ, ਗੁਰੂ ਕੇ ਸਿੱਖੋ, ਇਹਨੂੰ ਥੋੜ੍ਹੇ ਜਿਹੇ ਸੁਚੇਤ ਹੋਵੋ। ਸਿੱਖੀ ਨੂੰ ਜਿਹੜਾ ਖਤਮ ਕਰਨ ਦੀਆਂ ਯੋਜਨਾਵਾਂ ਨਸ਼ਿਆਂ ਦੇ ਰਾਹੀਂ, ਲੱਚਰ ਗਾਇਕੀ ਦੇ ਰਾਹੀਂ, ਡੇਰਾਵਾਦ ਦੇ ਰਾਹੀਂ, ਇਹ ਬੜਾ ਸਾਡੇ ਸਨਮੁਖ ਖੜਾ। ਉਪਰੀ ਅੱਖ ਨਾਲ ਜਦੋਂ ਅਸੀਂ ਵੇਖਦੇ ਹਾਂ ਨਾ ਤੇ ਬਹੁਤ ਕੁਝ ਹੋ ਰਿਹਾ। ਮੇਰੇ ਘਰ 'ਚ ਰੋਟੀ ਹੈ, ਸਭ ਕੁਝ, ਮੇਰੇ ਬੱਚੇ ਠੀਕ ਨੇ। ਚੇਤੇ ਰੱਖਿਓ, ਕੌਮ ਪ੍ਰਤੀ ਵੀ ਤੁਹਾਡੀਆਂ ਕੋਈ ਜ਼ਿੰਮੇਵਾਰੀਆਂ ਨੇ। ਜਿਹੜੇ ਘਰ ਵਿੱਚ ਸੌਖੇ ਨੇ ਨਾ, ਉਹਨਾਂ ਨੂੰ ਮੇਰੀ ਬੇਨਤੀ ਆ, ਗੁਰੂ ਕੇ ਸਿੱਖੋ, ਬਾਹਰ ਨਿਕਲੋ। ਤੁਹਾਡੀ ਜ਼ਿੰਮੇਵਾਰੀਆਂ ਨੂੰ ਗੁਰੂ ਨਾਨਕ ਜਿਹੜਾ ਹੈ ਉਹ ਤੁਹਾਨੂੰ ਬਲ ਦੇਵੇਗਾ। ਜਦੋਂ ਬਾਹਰ ਨਿਕਲੋਗੇ ਉਦੋਂ ਆਪਣੀਆਂ ਜ਼ਿੰਮੇਵਾਰੀਆਂ ਦਾ ਜਦੋਂ ਇਹ ਨਿਭਾਓਗੇ ਨਾ ਤੇ ਸਤਿਗੁਰ ਬਹੁਤ ਭਾਗ ਲਾਵੇਗਾ, ਬੜੀਆਂ ਖੁਸ਼ੀਆਂ ਤੁਹਾਨੂੰ ਮਿਲਣਗੀਆਂ। ਸੋ ਲੋੜ ਹੈ ਜਿਹੜੇ ਸੁਚੇਤ ਸਿੱਖ ਨੇ ਉਹ ਬਾਹਰ ਆਣ ਕੇ ਉਹ ਕਾਰਜ ਕਰਨ ਜੋ ਸਤਿਗੁਰਾਂ ਨੇ 239 ਸਾਲ ਦਾ ਸਮਾਂ ਲਾ ਕੇ ਸਾਨੂੰ ਅਗਵਾਈ ਦਿੱਤੀ ਸੀ। ਸੋ ਸਤਿਗੁਰ ਰਹਿਮਤ ਕਰੇ ਜੀ। ਇਹਨਾਂ ਜਿਹੜੀਆਂ ਘਟਨਾਵਾਂ ਨੇ ਵਾਪਰਦੀਆਂ ਨੇ, ਇਹਨਾਂ ਵਿੱਚੋਂ ਨਿਕਲਣਾ ਕਿਵੇਂ ਆ, ਅਸੀਂ ਆਉਣ ਵਾਲੇ ਸਮੇਂ 'ਚ ਇਹ ਪ੍ਰੋਗਰਾਮ ਹੋਰ ਕਰਾਂਗੇ। ਤਾਂ ਸਾਡੀ ਬੇਨਤੀ ਹੈ ਕਿ ਜ਼ਰੂਰ ਆਪਸੀ ਇਤਫਾਕ, ਆਪਸੀ ਪਿਆਰ ਆਪਣੇ ਵਿੱਚ ਬਣਾਈ ਰੱਖੋ, ਤਾਂ ਹੀ ਅਸੀਂ ਚੜ੍ਹਦੀ ਕਲਾ ਵਿੱਚ ਤੇ ਆਪਣੇ ਆਪ ਨੂੰ ਲਿਜਾਵਾਂਗੇ। ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਤੋ ਇੱਥੇ ਹੀ ਖਿਮਾ ਦੇ ਜਾਤਕ ਹਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।